ਔਰ ਜਿਹੜੀ ਸਰਕਾਰ ਕਹਿੰਦੀ ਸੀ ਕਿ ਸੰਤ ਜਰਨੈਲ ਸਿੰਘ ਨੂੰ ਹੱਥੀਂ ਫੜ ਕੇ ਲਿਆਉਣਾ, ਇਹਨਾਂ ਸਿੰਘਾਂ ਨੂੰ ਘਸੀਟ ਕੇ ਲਿਆਵਾਂਗੇ, ਇਹਨਾਂ ਦੀਆਂ ਪਹਿਲੀਆਂ ਟੁਕੜੀਆਂ ਜਾਂਦੀਆਂ ਰਹੀਆਂ। ਇਹ ਤੇ ਸਿੰਘਾਂ ਨੇ ਜਾਂਦਿਆਂ ਉੱਥੇ ਪਰਿਕਰਮਾ ਦੇ ਵਿੱਚ 70 ਵਿਛਾਏ ਆ। ਔਰ ਜਦੋਂ ਸਰਕਾਰ ਨੂੰ ਪਤਾ ਲੱਗਾ ਵੀ ਨਾ ਮਹਾਂਪੁਰਸ਼ਾਂ ਨੇ ਬਾਹਰ ਆਉਣਾ ਤੇ ਨਾ ਕਿਤੇ ਅੰਦਰੋਂ ਜਾ ਕੇ ਫੜੇ ਜਾਣੇ ਆ, ਫਿਰ ਸਰਕਾਰ ਦੀ ਬਦਨੀਤੀ ਦੇ ਨਾਲ ਹਰਿਮੰਦਰ ਸਾਹਿਬ ਟੈਂਕ ਵਾੜ ਲੱਗੇ ਆ। ਔਰ ਜਿਹੜੇ ਬਾਬਾ ਦੀਪ ਸਿੰਘ ਸਾਹਿਬ ਵਾਲੇ ਪਾਸੇ ਗੇਟ ਤੋਂ ਟੈਂਕ ਆਉਂਦੇ ਸੀ, ਉਹਨਾਂ ਨੂੰ ਬਾਬਾ ਮੋਹਰ ਸਿੰਘ ਜੀ ਨੇ ਆਪਣੀ ਘਰਵਾਲੀ ਧਰਮ ਸੁਪਤਨੀ ਬੀਬੀ ਪ੍ਰੀਤਮ ਕੌਰ ਦੇ ਨਾਲ ਸਲਾਹ ਕੀਤੀ, ਭਾਗਵਾਨੇ ਹੁਣ ਸਾਡਾ ਇੱਥੇ ਰਹਿਣ ਦਾ, ਸਾਡੇ ਪਰਿਵਾਰ ਦਾ ਫਾਇਦਾ ਤੇ ਤਾਂ ਆ ਕਿ ਜੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਘਰ ਦੀ ਬੇਅਦਬੀ ਰੋਕੀਏ। ਇਹ ਖਾਲਸਾ ਜੀ ਬਾਬਾ ਮੋਹਰ ਸਿੰਘ ਜੀ ਸਾਡੇ ਨਗਰ ਤੇ ਆਉਂਦੇ ਆ 1967 ਦੇ ਲਾਗੇ। ਔਰ ਬਾਬਾ ਜੀ ਜਿਹੜੀ ਰਿਹਾਇਸ਼ ਸੀ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਵਾਲਾ ਜਿਹੜਾ ਉੱਪਰਲਾ ਬੁੰਗਾ ਆ, ਉਹਨਾਂ ਕਮਰਿਆਂ ਵਿੱਚ ਬਾਬਾ ਜੀ ਦਾ ਨਿਵਾਸ ਸੀ, ਪਰਿਵਾਰ ਰਿਹਾ ਕਰਦਾ ਸੀ। ਔਰ ਦੋ ਸਿੰਘਾਂ ਨੇ ਇਹ ਅਖੰਡ ਪਾਠ ਦੀ ਸੇਵਾ ਕੀਤੀ ਆ। 6-6 ਘੰਟੇ ਦਾ ਚੌਂਕੜਾ ਲੱਗਦਾ ਰਿਹਾ ਜੀ ਅਖੰਡ ਪਾਠ ਦਾ। ਔਰ 1978 ਵਿੱਚ ਜਦੋਂ ਮਹਾਂਪੁਰਖ ਬਾਬਾ ਜਰਨੈਲ ਸਿੰਘ ਦੀ ਗ੍ਰਿਫਤਾਰੀ ਵੀ 77 ਦੇ ਲਾਗੇ ਹੁੰਦੀ ਆ ਮਹਿਤੇ, ਉੱਥੇ ਵੀ ਗੋਲੀ ਕਾਂਡ ਹੋਇਆ, ਉੱਥੇ ਵੀ ਕਈ ਸਿੰਘ ਸ਼ਹੀਦ ਹੋ ਗਏ ਆ। ਬਾਬਾ ਜੀ ਉਦੋਂ ਵੀ ਉੱਥੇ ਸੀ। ਔਰ ਜਿਹੜਾ ਰਵੱਈਆ ਜਦੋਂ ਬਦਲਦਾ ਗਿਆ, ਜਦੋਂ ਇਹ ਸਿੱਖਾਂ ਦੇ ਨਾਲ ਵਧੀਕੀ ਹੋ ਰਹੀ ਸੀ, ਮਤਰੇਈ ਮਾਂ ਵਾਲਾ ਇਹ ਸਰਕਾਰਾਂ ਦਾ ਜਦੋਂ ਰਵੱਈਆ ਬਣ ਗਿਆ, ਤੇ ਮਹਾਂਪੁਰਖ ਬਾਬੇ ਜਰਨੈਲ ਸਿੰਘ ਜੀ ਹੋਣਾ ਨੇ ਜਦੋਂ ਫਿਰ ਆਪ ਪ੍ਰਚਾਰ ਕਰਨਾ ਤੇ ਕਹਿਣਾ, ਸਿੰਘੋ ਤੁਸੀਂ ਤਿਆਰ ਹੋ, ਸਮਾਂ ਬੜਾ ਭਿਆਨਕ ਆ ਰਿਹਾ। ਸਾਰੇ ਪੱਟੇ ਨਾਲ ਬੰਮ ਬੰਨ੍ਹ ਦਿੱਤੇ ਆ ਔਰ ਬੱਚੀਆਂ ਨੂੰ ਪਿਆਰ ਕੀਤਾ। ਔਰ ਮਾਤਾ ਨੇ ਗਲਵੱਕੜੀ ਵਿੱਚ ਲਿਆ ਤੇ ਪਿਆਰ ਕਰਕੇ ਬਾਬਾ ਜੀ ਕਹਿਣ ਲੱਗੇ ਕਿ ਜਾਓ ਧੀਓ, ਹੁਣ ਜਕਾਰਾ ਛੱਡ ਕੇ ਤੇ ਟੈਂਕ ਦੇ ਉੱਤੇ ਛਾਲ ਮਾਰੋ। ਇੱਕ ਬੱਚੀ ਨੇ ਪਹਿਲਾਂ ਛਾਲ ਮਾਰੀ, ਟੈਂਕ ਉੱਡਿਆ। ਔਰ ਦੂਜਾ ਜਦੋਂ ਲਿਆਂਦਾ, ਫਿਰ ਦੂਜੀ ਬੱਚੀ ਨੇ ਛਾਲ ਮਾਰੀ ਆ। ਔਰ ਟੈਂਕ ਜਿਹੜੇ ਦੋਵੇਂ ਇਹ ਸਰਕਾਰ ਦੇ ਫੌਜ ਦੇ ਉਡਾ ਕੇ ਰੱਖ ਦਿੱਤੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 1984 ਜੂਨ ਦਾ ਮਹੀਨਾ ਇਦਾਂ ਦਾ ਸੀ ਕਿ ਜਦੋਂ ਸਿੱਖਾਂ ਦੇ ਉੱਪਰ ਇੱਕ ਕਹਿਰ ਟੁੱਟਣ ਨਾਲੋਂ ਉਹ ਘੱਟ ਨਹੀਂ ਕਿਹਾ ਜਾ ਸਕਦਾ, ਕਿਉਂਕਿ ਅਨੇਕਾਂ ਹੀ ਛੋਟੇ ਛੋਟੇ ਬੱਚਿਆਂ ਨੂੰ, ਬਜ਼ੁਰਗਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਉੱਪਰ ਜਦੋਂ ਹਿੰਦੁਸਤਾਨੀ ਫੌਜ ਨੇ ਫੌਜਾਂ ਚੜਾਈਆਂ ਨੇ, ਉਸ ਸਮੇਂ ਅਨੇਕਾਂ ਹੀ ਬੇਅੰਤ ਹੀ ਜਿਹੜੇ ਆ ਉਹ ਬੱਚੇ ਔਰ ਬਜ਼ੁਰਗ ਔਰ ਮਾਈਆਂ ਸ਼ਹੀਦੀ ਪ੍ਰਾਪਤ ਕਰ ਗਈਆਂ। ਮੇਰੇ ਨਾਲ ਬੈਠੇ ਨੇ ਭਾਈ ਸਾਹਿਬ ਭਾਈ ਬਲਵੀਰ ਸਿੰਘ ਜੀ, ਪਿੰਡ ਹੈ ਇਹਨਾਂ ਦਾ ਸੂਰੋ ਪੱਡਾ, ਜ਼ਿਲ੍ਹਾ ਅੰਮ੍ਰਿਤਸਰ। ਅੱਜ ਗੱਲ ਕਰਾਂਗੇ 1984 ਦੀ ਹੀ ਜੂਨ ਮਹੀਨੇ ਦੀ। ਆਪਾਂ ਇੱਕ ਸੋਸ਼ਲ ਮੀਡੀਆ ਤੇ ਪੜ੍ਹਦੇ ਹਾਂ, ਕਿਤਾਬਾਂ ਦੇ ਵਿੱਚ ਪੜ੍ਹਦੇ ਹਾਂ, ਭਾਈ ਮੋਹਰ ਸਿੰਘ ਦੀ ਸਾਖੀ। ਭਾਈ ਮੋਹਰ ਸਿੰਘ ਜੀ ਜਿਨ੍ਹਾਂ ਨੇ ਆਪਣੀਆਂ 2 ਬੱਚੀਆਂ ਦੇ ਨਾਲ ਬੰਬ ਬੰਨ੍ਹ ਕੇ ਉਹਨਾਂ ਨੂੰ ਟੈਂਕਾਂ ਦੇ ਉੱਪਰ, ਹਿੰਦੁਸਤਾਨੀ ਫੌਜਾਂ ਨੇ ਜੋ ਟੈਂਕ ਅੰਦਰ ਵਾੜੇ ਗਏ ਸੀ ਉਹਨਾਂ ਦੇ ਉੱਪਰ ਸੁੱਟ ਕਰਕੇ 2 ਬੱਚੀਆਂ ਦੀ ਜੋ ਉਹਨਾਂ ਦੀ ਸ਼ਹੀਦੀ ਹੋ ਗਈ। ਭਾਈ ਸਾਹਿਬ ਆਪ ਔਰ ਉਹਨਾਂ ਦੀ ਸਿੰਘਣੀ, ਸਾਰੀ ਗੱਲਬਾਤ ਕਰਾਂਗੇ। ਭਾਈ ਬਲਵੀਰ ਸਿੰਘ ਜੀ ਮੇਰੇ ਨਾਲ ਬੈਠੇ ਨੇ ਜੋ ਕਿ ਪਿੰਡ ਸੂਰੂ ਪੱਡਾ ਦੇ ਰਹਿਣ ਵਾਲੇ ਆ। ਇਹਨਾਂ ਦੇ ਨਾਲ ਸਾਰੀ ਗੱਲਬਾਤ ਕਰਾਂਗੇ ਕਿਉਂਕਿ ਬਹੁਤ ਨਜ਼ਦੀਕੀ ਤੌਰ ਤੇ ਭਾਈ ਸਾਹਿਬ ਦੇ ਨਾਲ ਵਿਚਰੇ ਨੇ। ਸਾਰੀ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਤਾਂ ਤੁਸੀਂ ਦੱਸੋ ਕਿ ਜੋ ਭਾਈ ਸਾਹਿਬ ਭਾਈ ਮੋਹਰ ਸਿੰਘ ਜੀ ਸੀ, ਉਹਨਾਂ ਨੂੰ ਤੁਸੀਂ ਕਿਵੇਂ ਜਾਣਦੇ ਸੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਜੀ ਦੇ ਸਨਮੁਖ ਜੋ ਨਿਰਵੈਰ ਟੀਵੀ ਤੋਂ ਬਾਬਾ ਮੋਹਰ ਸਿੰਘ ਜੀ ਦੇ ਪੁੱਤਰ ਜੀਵਨ ਬਾਰੇ, ਉਹਨਾਂ ਦੀ ਸ਼ਹਾਦਤ ਬਾਰੇ ਇਹ ਸਭ ਕੁਝ ਜਾਣਕਾਰੀ ਲੈਣ ਵਾਸਤੇ ਗੁਰਮੁਖ ਪਿਆਰੇ ਆਏ, ਇਹਨਾਂ ਦਾ ਧੰਨਵਾਦ ਆ। ਔਰ ਬਾਬਾ ਮੋਹਰ ਸਿੰਘ ਜੀ ਦਮਦਮੀ ਟਕਸਾਲ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ, ਉਹਨਾਂ ਦੀ ਕਥਾ ਤੋਂ ਪ੍ਰਭਾਵਿਤ ਹੋ ਕੇ ਦਮਦਮੀ ਟਕਸਾਲ ਜਥਾ ਪਿੰਡਾਂ ਮਹਿਤਾ ਵਿਖੇ ਆਏ। ਔਰ ਦਾਸਤਾ ਨਗਰ ਆ ਸੂਰੋ ਪੱਡਾ, ਇੱਥੇ ਨਗਰ ਨੂੰ ਗ੍ਰੰਥੀ ਸਿੰਘ ਦੀ ਲੋੜ ਸੀ ਗੁਰੂ ਘਰ ਵਿਖੇ ਸੇਵਾ ਕਰਨ ਵਾਸਤੇ। ਔਰ ਮਹਾਂਪੁਰਖ ਬਾਬਾ ਕਰਤਾਰ ਸਿੰਘ ਸਾਹਿਬ ਜੀਆਂ ਦੇ ਕੋਲ ਨਗਰ ਗਏ। ਉਹਨਾਂ ਨੇ ਬਾਬਾ ਮੋਹਰ ਸਿੰਘ ਜੀ ਨੂੰ ਸਾਡੇ ਨਗਰ ਦੇ ਵਿੱਚ ਗ੍ਰੰਥੀ ਦੀ ਸੇਵਾ ਦੇ ਕਰਕੇ ਭੇਜਿਆ ਸੀ। ਤੇ ਬਚਪਨ ਦੀ ਆਪਾਂ ਗੱਲ ਕਰੀਏ, ਪਹਿਲਾਂ ਆਪਾਂ ਬਚਪਨ ਤੋਂ ਉਹਨਾਂ ਦੀ ਸ਼ੁਰੂਆਤ ਕਰਦੇ ਹਾਂ ਕਿ ਬਚਪਨ ਤੋਂ ਹੀ ਅੰਮ੍ਰਿਤਧਾਰੀ ਸਿੰਘ ਸੀ। ਬਾਬਾ ਮੋਹਰ ਸਿੰਘ ਜੀ ਦਾ ਜਿਹੜਾ ਪਿਛੋਕੜ ਆ ਜੀ, ਜ਼ਿਲ੍ਹਾ ਗੁਰਦਾਸਪੁਰ, ਪਿੰਡ ਤਲਵੰਡੀ ਆ ਰਤੋ ਕੇ, ਉੱਥੋਂ ਦੇ ਭਾਈ ਲਖਮੀ ਚੰਦ ਜੀ, ਮਾਤਾ ਕੁੰਨਣ ਦੇਵੀ ਆ, ਹਿੰਦੂ ਪਰਿਵਾਰ ਸੀ।
ਇਹਨਾਂ ਦੇ 4 ਪੁੱਤਰ ਹੋਏ ਆ ਜੀ, ਰੁਲਦੂ ਰਾਮ, ਗੁਰਦੇਵ ਨਾਥ, ਦਤਪਾਲ ਤੇ ਸਤਪਾਲ। ਔਰ ਬਾਬਾ ਜੀ ਦੀਆਂ 3 ਭੈਣਾਂ ਦਾ ਜ਼ਿਕਰ ਮਿਲਦਾ, ਕੁੰਨਣ ਦੇਵੀ, ਲਾਜਵੰਤੀ ਤੇ ਦਇਆਵੰਤੀ। ਇਹ 7 ਭੈਣ ਭਰਾ ਸੀ ਜੀ। ਔਰ ਪਿਤਾ ਜਿਹੜੇ ਸੀ ਛੋਟੀ ਜੀ ਕਰਿਆਨੇ ਦੀ ਘਰ ਵਿੱਚ ਦੁਕਾਨ ਕਰਿਆ ਕਰਦੇ ਸੀ ਤੇ ਥੋੜਾ ਬਹੁਤਾ ਉੱਥੇ ਲਵੇਰਾ ਵੀ ਰੱਖਿਆ ਕਰਦੇ ਸੀ। ਮਿਹਨਤੀ ਪਰਿਵਾਰ ਸੀ। ਔਰ ਮਹਾਂਪੁਰਖਾਂ ਦੀ ਕਥਾ ਤੋਂ ਪ੍ਰਭਾਵਿਤ ਹੋ ਕੇ ਬਾਬਾ ਜੀ ਇੱਧਰ ਆਏ ਆ। ਫਿਰ ਇੱਥੇ ਆ ਕਰਕੇ ਉਹਨਾਂ ਨੇ ਸੰਥਿਆ ਕੀਤੀ, ਅੰਮ੍ਰਿਤਪਾਨ ਕੀਤਾ। ਮਹਾਰਾਜ ਸਾਹਿਬ ਜੀ ਦੀ ਕਿਰਪਾ ਦੇ ਨਾਲ ਸੰਥਿਆ ਕਰਕੇ ਉੱਚ ਕੋਟੀ ਦੇ ਵਿਦਵਾਨ ਬਣੇ ਆ। ਔਰ ਦਾਸ ਦੇ ਨਗਰ ਵਿੱਚ ਰਹਿ ਕੇ ਬਹੁਤ ਵੱਡੀ ਉਹਨਾਂ ਨੇ ਸੇਵਾ ਵੀ ਕਮਾਈ। ਉਸ ਤੋਂ ਬਾਅਦ ਸਾਰਾ ਪਰਿਵਾਰ ਹੀ ਉਹਨਾਂ ਦਾ ਤੁਹਾਡੇ ਨਗਰ ਪਿੰਡ ਸੂਰੋਪੱਡਾ ਦੇ ਵਿੱਚ ਆ ਜਾਂਦਾ ਜੀ? ਇਹ ਪਰਿਵਾਰ ਕਦੇ-ਕਦੇ ਮਿਲਣ ਵਾਸਤੇ ਬਾਬਾ ਜੀ ਨੂੰ ਆਉਂਦਾ। ਬਾਬਾ ਜੀ ਦਾ ਬਹੁਤ ਸੁਭਾਅ ਚੜ੍ਹਦੀ ਕਲਾ ਵਾਲਾ, ਲਾ ਲਓ ਜਸ਼ੀਲੇ ਸੀ ਔਰ ਗੁਰੂ ਸਾਹਿਬ ਜੀ ਨੂੰ ਸਮਰਪਿਤ ਹੋ ਚੁੱਕੇ ਸੀ। ਉਹਨਾਂ ਨੇ ਭੈਣਾਂ ਨੂੰ ਵੀ ਇਹ ਗੱਲ ਕਹਿ ਦਿੱਤੀ ਸੀ ਆਪਣੀਆਂ ਨੂੰ ਕਿ ਭੈਣਾਂ ਜੇ ਧਰਮ ਦੀਆਂ ਬਣਨਾ ਤੇ ਕਲਗੀਧਰ ਪਾਤਸ਼ਾਹ ਦੇ ਅੰਮ੍ਰਿਤਪਾਨ ਕਰੋ, ਗੁਰੂ ਵਾਲੇ ਬਣੋ ਤੇ ਫਿਰ ਮੈਂ ਤੁਹਾਨੂੰ ਮਿਲਣ ਵਾਸਤੇ ਆਵਾਂਗਾ। ਔਰ ਮਾਤਾ ਪਿਤਾ ਨੂੰ, ਚਾਚੇ ਤਾਇਆਂ ਨੂੰ ਵੀ ਇਹੋ ਹਦਾਇਤ ਦਿੰਦੇ ਸੀ ਕਿ ਸਮਾਂ ਆ ਰਿਹਾ, ਗੁਰੂ ਵਾਲੇ ਬਣਨਾ ਪੈਣਾ ਔਰ ਮੇਰਾ ਮੋਹ ਜਿਹੜਾ ਸਰੀਰ ਕਰਕੇ ਛੱਡ ਦਿਓ। ਜੇ ਮੇਰੇ ਨਾਲ ਕਿਸੇ ਨੇ ਪਿਆਰ ਕਰਨਾ, ਭੈਣ ਭਰਾ ਮੇਰੇ ਵਰਗੇ ਬਣ ਕੇ ਤੇ ਮੈਨੂੰ ਮਿਲਣ ਵਾਸਤੇ ਆਉਣਾ। ਸੋ ਸਾਰਾ ਹੀ ਪਰਿਵਾਰ ਮਿਲਣ ਵਾਸਤੇ ਸਮੇਂ ਅਨੁਸਾਰ ਆਉਣਾ। ਬਾਬਾ ਜੀ ਵੀ ਜਾ ਕੇ ਮਾਤਾ ਪਿਤਾ ਨੂੰ ਮਿਲਦੇ ਰਹੇ ਆ। ਜਿਹੜੀ ਵੀਰ ਰਸ ਦੀ ਲਾਗ ਲੱਗੀ ਹੈ ਕਿ ਭਾਈ ਮੋਹਰ ਸਿੰਘ ਨੇ ਪੂਰੇ ਪਰਿਵਾਰ ਸਮੇਤ, ਦੱਸਿਆ ਜਾਂਦਾ ਕਿ ਉਹਨਾਂ ਦੀ ਇੱਕੋ ਬੱਚੀ ਜਿਹੜੀ ਬੱਚੀ ਆ ਜੋ ਬਾਹਰ ਹੈ, ਜਿਹੜੇ ਛੋਟੀਆਂ ਬੱਚੀਆਂ ਦੇ ਲੱਕ ਦੇ ਨਾਲ ਬੰਬ ਬੰਨ੍ਹ ਕੇ ਉਹਨਾਂ ਨੂੰ ਟੈਂਕਾਂ ਦੇ ਉੱਪਰ ਸੁੱਟ ਦੇਣਾ ਔਰ ਆਪ ਵੀ ਭਾਈ ਸਾਹਿਬ ਨੇ ਸ਼ਹੀਦੀ ਪ੍ਰਾਪਤ ਕੀਤੀ, ਉਹਨਾਂ ਦੀ ਸਿੰਘਲੀ ਨੇ ਵੀ ਸ਼ਹੀਦੀ ਪ੍ਰਾਪਤ ਕੀਤੀ। ਇਹ ਵੀਰ ਰਸ ਦੀ ਲਾਗ ਉਹਨਾਂ ਨੂੰ, ਤੁਹਾਨੂੰ ਕੀ ਲੱਗਦਾ, ਤੁਸੀਂ ਨਜ਼ਦੀਕ ਵਿਚਰੇ ਹੋ, ਕਿੱਥੋਂ ਲੱਗੀ? ਬਾਬਾ ਜੀ ਜਿਹੜਾ ਕਥਾ ਦਾ ਰਹੱਸ ਸੀ, ਜਿਹੜਾ ਆਨੰਦ ਸੀ, ਉਹਨਾਂ ਦਾ ਕੋਈ ਵੱਖਰਾ ਅੰਦਾਜ਼ ਸੀ। ਔਰ ਬਾਬਾ ਜੀ ਤਕਰੀਬਨ ਸਾਡੇ ਨਗਰ ਦੇ ਵਿੱਚ 1967-68 ਦੇ ਲਾਗੇ ਆਏ ਆ ਔਰ ਇੱਥੇ ਰਹਿ ਕੇ ਉਹਨਾਂ ਪੁਰਾਤਨ ਗੁਰਦੁਆਰੇ ਤੋਂ ਨਵੀਨ ਬਣਾਇਆ। ਫਿਰ ਉਹਨਾਂ ਨੇ ਪਹਿਲੋਂ ਜਿਹੜੀ ਆ ਕਥਾ ਇੱਥੇ ਆਰੰਭ ਕੀਤੀ ਆ ਲੜੀਵਾਰ। ਇਹ ਕਥਾ ਦਾ ਸੰਪੂਰਨ ਭੋਗ ਪਿਆ ਔਰ ਫਰੀਦਕੋਟ ਵਾਲੇ ਟੀਕੇ ਤੋਂ ਕਥਾ ਨੇ ਉਹਨਾਂ ਨੇ ਪਹਿਲੀ ਜਿਹੜੀ ਇਹ ਪੋਥੀਆਂ ਸੈਂਚੀਆਂ ਤੋਂ ਭੋਗ ਪਾਇਆ। ਦੂਸਰੀ ਵਾਰ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਉਹਨਾਂ ਨੇ ਸੰਪੂਰਨ ਕਥਾ ਕੀਤੀ ਆ। ਔਰ ਵੀਰ ਆਸਤੀ ਉਹਨਾਂ ਦੀ ਨਿਸ਼ਾਨੀ ਜਦੋਂ ਕਥਾ ਕਰਿਆ ਕਰਦੇ ਸੀ ਔਰ ਬਹੁਤ ਡੂੰਘੇ ਪ੍ਰਮਾਣ 10ਵੇਂ ਪਾਤਸ਼ਾਹ ਮਹਾਰਾਜ ਜੀ ਦੀ ਗੁਰਬਾਣੀ ਦੇ ਨਾਲ ਦੇਣੇ। ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਤੋਂ ਬਹੁਤ ਜ਼ਿਆਦਾ ਭਾਵ ਡੂੰਘਾਈ ਵਾਲੇ ਸੀ, ਬਹੁਤ ਉੱਚ ਕੋਟੀ ਦੇ ਉਸ ਸਮੇਂ ਦੇ ਗਿਆਨੀ ਸੀ। ਔਰ ਵੀਰ ਰਸ ਪੈਦਾ ਹੋਣ ਦਾ ਕਾਰਨ ਇਹੀ ਬਣਦਾ ਕਿ ਜਦੋਂ 1978 ਦੇ ਵਿੱਚ ਨਿਰੰਕਾਰੀਆਂ ਨੇ ਇਹ ਬਹੁਤ ਵੱਡਾ ਸਾਖੀ ਦੇ ਪੁਰਬ ਤੇ ਇਹਨਾਂ ਨੇ ਜਿਹੜਾ ਆਪਣਾ ਇੱਕ ਮਹਾਰਾਜ ਸਾਹਿਬ ਜੀ ਦੀ ਤੁਹੀਨ ਵੀ ਕਰਦੇ ਆ, ਨਰਾਦਰੀ ਕਰਦੇ ਤੇ ਆਪਣਾ ਬਹੁਤ ਵੱਡਾ ਨਿਰੰਕਾਰੀਆਂ ਨੂੰ ਬਿਠਾ ਕੇ ਜਲੂਸ ਕੱਢ ਰਹੇ ਸੀ। ਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਔਰ ਆਪਣੇ ਜਥੇ ਨੂੰ ਕਿਹਾ, ਨਾਲ ਖੰਡ ਕੀਰਤਨੀਆਂ ਜਥਿਆਂ ਨੂੰ, ਕਿ ਤੁਸੀਂ ਸ਼ਾਂਤਮਈ ਪ੍ਰਚਾਰ ਕਰਦੇ ਜਾਣਾ, ਉਹਨੂੰ ਰੋਕੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੇ ਵਿਰੁੱਧ ਕੋਈ ਸ਼ਬਦ ਨਾ ਕਵੇ ਔਰ ਸ਼ਾਂਤਮਈ ਤੁਸੀਂ ਉੱਥੇ ਜਾਣਾ। ਔਰ ਉਹਨਾਂ ਨੇ ਪਹਿਲਾਂ ਪਲੈਨਿੰਗ ਬਣਾਈ ਸੀ ਸਿੰਘਾਂ ਦੇ ਉੱਤੇ ਵਾਰ ਕਰਨ ਦੀ। ਉਹਨਾਂ ਨੇ ਕਿਰਪਾਨਾਂ, ਢਾਲਾਂ ਦੇ ਨਾਲ, ਗੋਲੀਆਂ ਦੇ ਨਾਲ ਔਰ ਸਿੰਘਾਂ ਦੇ ਉੱਤੇ ਬਹੁਤ ਤਗੜੇ ਵਾਰ ਕੀਤੇ ਆ। ਔਰ ਜਿੱਥੇ 13 ਸਿੰਘ ਸ਼ਹੀਦ ਹੋਏ ਆ, ਜਿਸ ਸਥਾਨ ਤੇ ਆਪਾਂ ਬੈਠੇ ਆ, ਇਹ ਗੁਰਦੁਆਰਾ ਗੁਰੂਆਣਾ ਸਾਹਿਬ ਵਿਖੇ ਇੱਥੋਂ ਦੇ ਵੈਰੋ ਨੰਗਲ ਦੇ ਇੱਕ ਬਾਬਾ ਦਰਸ਼ਨ ਸਿੰਘ ਜੀ ਸ਼ਹੀਦ ਉਹਨਾਂ 13 ਸਿੰਘਾਂ ਵਿੱਚ ਹੋਇਆ। ਉੱਥੇ ਫਿਰ ਬਾਬਾ ਮੋਹਰ ਸਿੰਘ ਜੀ ਨੂੰ ਕਾਫੀ ਕਿਰਪਾਨਾਂ ਦੇ, ਤਲਵਾਰਾਂ ਦੇ ਫੱਟ ਲੱਗ ਚੁੱਕੇ ਸੀ ਔਰ ਬਹੁਤ ਜ਼ਿਆਦਾ ਫੱਟੜ ਹੋ ਚੁੱਕੇ ਸੀ। ਫਿਰ ਕਾਫੀ ਸਮਾਂ ਇਲਾਜ ਕਰਕੇ ਫਿਰ ਉਹ ਆਪਣੇ ਸਰੀਰ ਦੇ ਵਿੱਚ ਉਸੇ ਤਰ੍ਹਾਂ ਪ੍ਰਚਾਰ ਕਰਦੇ ਰਹੇ ਔਰ ਲੱਕ ਨੂੰ ਕਮਰ ਕੱਸਾ ਬੱਧਾ, ਬਹੁਤ ਤਗੜੀ ਫਿਰ ਚੜ੍ਹਦੀ ਕਲਾ ਦੇ ਨਾਲ ਉਹਨਾਂ ਪ੍ਰਚਾਰ ਕਰਨਾ। ਪਹਿਲਾਂ ਬੜਾ ਰਸ ਤੇ ਬੜਾ ਮਿੱਠਾ ਪ੍ਰਚਾਰ ਸੀ ਔਰ ਬਾਅਦ ਦੇ ਵਿੱਚ ਜਦੋਂ ਫਿਰ ਕਥਾ ਦਾ ਥੋੜਾ ਜਿਹਾ ਰੁਝੇਵਾਂ ਛੱਡ ਕੇ ਪ੍ਰਚਾਰ ਨੂੰ ਚੱਲਦੇ ਸੀ ਤੇ ਬਹੁਤ ਜਸ਼ੀਲਾ ਪ੍ਰਚਾਰ ਹੋ ਗਿਆ ਸੀ। ਫਿਰ ਹਰ ਇੱਕ ਨੇ ਪੁੱਛਣਾ, ਬਾਬਾ ਜੀ ਹੁਣ ਕੀ ਕਹਿੰਦੇ? ਹੁਣ ਸਮਾਂ ਆ ਗਿਆ ਸ਼ਹੀਦੀ ਪਾਉਣ ਦਾ, ਹੁਣ ਕੇਵਲ ਮਾਲਾ ਦੇ ਨਾਲ ਨਹੀਂ ਤਲਵਾਰ ਦੇ ਨਾਲ ਕੰਮ ਬਣੇਗਾ। ਸੋ ਬਾਬਾ ਜੀ ਫਿਰ ਇਸ ਪਾਸੇ ਨੂੰ ਬਹੁਤ ਚੜ੍ਹਦੀ ਕਲਾ ਨਾਲ ਪ੍ਰਚਾਰ ਕਰਦੇ। ਜਦੋਂ 1978 ਦੇ ਵਿੱਚ ਕਾਂਡ ਹੁੰਦਾ ਹੈ,
ਬਹੁਤ 13 ਸਿੰਘ ਉੱਥੇ ਸ਼ਹੀਦ ਹੁੰਦੇ। ਬਾਬਾ ਮੋਹਰ ਸਿੰਘ ਜੀ ਹੁਣੀ ਸੰਤ ਬਾਬਾ ਜਰਨੈਲ ਸਿੰਘ ਹੋਰਾਂ ਦੇ ਸੰਪਰਕ ਦੇ ਵਿੱਚ ਪਹਿਲਾਂ ਸੀ ਕਿ ਜਾਂ ਉੱਥੇ ਅਚਾਨਕ ਹੀ ਕਿਤੇ ਦਰਸ਼ਨ ਦਿਦਾਰੇ ਵਿਸਾਖੀ ਤੇ ਕਰਨ ਗਏ ਉਧਰ ਨੂੰ ਚਲੇ ਗਏ? ਕਿਵੇਂ ਸਬੱਬ ਬਣਿਆ ਇਹਨਾਂ ਦਾ ਉਸ ਕਾਂਡ ਦੇ ਵਿੱਚ ਪਹੁੰਚਣ? ਨਹੀਂ ਜੀ, ਬਾਬਾ ਮੋਹਰ ਸਿੰਘ ਜੀ ਤੇ ਆਪ ਜੀਆਂ ਨੂੰ ਦੱਸ ਚੁੱਕੇ ਆ, ਇਹ ਤੇ ਵੱਡੇ ਮਹਾਂਪੁਰਖਾਂ ਤੋਂ ਜਥੇ ਦੇ ਵਿੱਚ ਆ ਚੁੱਕੇ ਸੀ। ਕਿਉਂਕਿ ਕੋਈ ਦਿਨ ਖਾਲੀ ਨਹੀਂ ਜਦੋਂ ਸੂਰੇ ਪੱਡੇ ਤੋਂ ਬਾਬਾ ਮੋਹਰ ਸਿੰਘ ਜੀ ਨੇ ਵੱਡੇ ਮਹਾਂਪੁਰਖਾਂ ਨੂੰ, ਬਾਬਾ ਕਰਤਾਰ ਸਿੰਘ ਸਾਹਿਬ ਜੀਆਂ ਨੂੰ, ਸੰਤ ਗਿਆਨੀ ਜਰਨੈਲ ਸਿੰਘ ਜੀਆਂ ਨੂੰ ਮਈਤੇ ਜਥਾ ਪਿੰਡਾਂ ਦੇ ਵਿੱਚ ਮਿਲਣ ਵਾਸਤੇ ਜਾਂਦੇ ਸੀ। ਉੱਥੇ ਗੁਰਮਤ ਵਿਚਾਰਾਂ ਕਰਨੀਆਂ, ਗੁਰਬਾਣੀ ਦੇ ਗੋਝ ਜਿਹੜੇ ਰਹੱਸ ਉਹਨਾਂ ਬਾਰੇ ਵਿਚਾਰਾਂ ਹੁੰਦੀਆਂ ਰਹਿੰਦੀਆਂ ਸੀ। ਬਾਬਾ ਜੀ ਬਹੁਤ ਉੱਥੇ ਦਮਦਮੀ ਟਕਸਾਲ ਦੇ ਜਥੇ ਦੇ ਨਾਲ ਜਦੋਂ ਪੂਰਾ ਪਰਿਵਾਰ ਹੀ ਭੇਟ ਕਰ ਚੁੱਕੇ ਸੀ ਕਿ ਸਮਰਪਣ ਹੋ ਚੁੱਕੇ ਸੀ, ਔਰ ਰਾਤ ਦਿਨ ਦਾ ਉੱਥੇ ਦਮਦਮੀ ਟਕਸਾਲ ਨਾਲ ਮਹਾਂਪੁਰਖਾਂ ਦੇ ਨਾਲ ਉਹਨਾਂ ਦਾ ਦਿਲੀ ਪਿਆਰ ਸੀ। ਕਦੇ ਵੀ ਕੋਈ ਸਲਾਹ ਕਰਨੀ, ਕੋਈ ਵਿਚਾਰ ਕਰਨੀ ਮਹਾਂਪੁਰਖਾਂ ਦੀ ਆਗਿਆ ਨਾਲ ਕਰਿਆ ਕਰਦੇ ਸੀ। ਤੁਹਾਡੀ ਉਮਰ ਕਿੰਨੀ ਸੀ ਜਦੋਂ ਭਾਈ ਮੋਹਰ ਸਿੰਘ ਜੀ ਹੁਣੀ ਇੱਥੇ ਤੁਹਾਡੇ ਨਗਰ ਪਿੰਡ ਸੂਰਪੁੱਡੇ ਦੇ ਵਿੱਚ ਰਹਿੰਦੇ ਰਹੇ? ਤੁਹਾਡੀ ਕਿੰਨੀ ਕੁ ਉਮਰ ਸੀ ਔਰ ਤੁਸੀਂ ਕਿਵੇਂ ਵਿਚਰੇ ਉਹਨਾਂ ਦੇ ਨਾਲ? 10 ਦੀ ਉਮਰ ਤੇ ਉਦੋਂ ਬਹੁਤਾ ਜ਼ਿਆਦਾ ਨਹੀਂ, 10 ਕੁ ਸਾਲ ਦੀ ਲਾ ਲਓ। ਪਰ ਮਹਾਂਪੁਰਖਾਂ ਦੀ ਕਥਾ ਜਦੋਂ ਸਰਵਣ ਕਰਦੇ ਸੀ ਤੇ ਬੜਾ ਆਨੰਦ ਆਉਂਦਾ ਸੀ, ਤੇ ਕਥਾ ਵੀ ਤੇ ਉਦਾਂ ਵੀ ਪਿਆਰ ਬਹੁਤ ਕਰਿਆ ਕਰਦੇ ਸੀ ਬੱਚਿਆਂ ਦੇ ਨਾਲ। ਔਰ ਬੱਚਿਆਂ ਨੂੰ ਲਾਲਚ ਦੇ ਕੇ ਤੇ ਬਾਣੀ ਪੜਾਉਣੀ ਕਿ ਆਓ ਤੁਸੀਂ ਬਾਣੀ ਪੜੋ, ਹੋਰ ਦੇਖ ਦਾ ਲਾਲਚ ਦੇਣਾ ਜਾਂ ਹੋਰ ਸੇਵਾ ਕਰਾ ਲੈਣੀ। ਇਹ ਬਾਬਾ ਜੀ ਦੇ ਕੋਲ ਬਹੁਤ ਵਧੀਆ ਢੰਗ ਤਰੀਕਾ ਸੀ ਕਿ ਸੰਗਤਾਂ ਨੂੰ ਜੋੜਨ ਦਾ। ਇੱਕ ਹੋਰ ਵੀ ਗੱਲ ਹੈ, ਜਦੋਂ ਭਾਈ ਮੋਹਰ ਸਿੰਘ ਜੀ 1978 ਤੋਂ ਲੈ ਕੇ 1984 ਦੇ ਜੇ ਵਿਚਕਾਰਲੀ ਆਪਾਂ ਗੱਲ ਕਰੀਏ, ਉਦੋਂ ਮਹਾਂਪੁਰਸ਼ਾਂ ਦੇ ਨਾਲ ਉੱਥੇ ਜਿਵੇਂ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਉੱਥੇ ਸੰਤ ਬਾਬਾ ਜਰਨੈਲ ਸਿੰਘ ਹੁਣਾਂ ਦੇ ਉੱਥੇ ਆਸਣ ਹੋਇਆ ਕਰਦੇ ਸੀ, ਉੱਥੇ ਵਿਚਰਦੇ ਰਹੇ ਆ। ਕਿਵੇਂ ਜਿਹੜੀ 1984 ਦੇ ਵਿੱਚ ਉਹਨਾਂ ਨੇ ਸਾਰੇ ਪਰਿਵਾਰ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ, ਉਹ ਜਿਹੜੀ ਸਾਰੀ ਇੱਕ ਤਰਤੀਬ ਬਣਦੀ ਹੈ ਉਹ ਕਿਵੇਂ ਬਣਦੀ ਹੈ ਜੀ? ਇਹ ਖਾਲਸਾ ਜੀ ਬਾਬਾ ਮੋਹਰ ਸਿੰਘ ਜੀ ਸਾਡੇ ਨਗਰ ਤੇ ਆਉਂਦੇ ਆ 1967 ਦੇ ਲਾਗੇ। ਇੱਥੇ ਆ ਕੇ ਪਹਿਲਾਂ ਗੁਰਦੁਆਰਾ ਸਾਹਿਬ ਦਾ ਉਹ ਕੱਚੀ ਖਸਤਾ ਹਾਲਤ ਸੀ, ਔਰ ਬਾਬਾ ਜੀ ਨੇ ਪਿੰਡਾਂ ਵਿੱਚ ਪ੍ਰਚਾਰ ਕਰ ਕਰਕੇ ਸਿੰਗਾਪੁਰ, ਮਲੇਸ਼ੀਆ, ਵਿਦੇਸ਼ਾਂ ਵਿੱਚ ਵੀ ਪ੍ਰਚਾਰ ਕੀਤਾ। ਔਰ ਜਿਹੜੀ ਸੰਗਤਾਂ ਕੋਲੋਂ ਕਥਾ ਭੇਟ ਆਇਆ ਕਰਦੀ ਸੀ ਉਹ ਵੀ ਗੁਰੂ ਘਰ ਤੇ ਲਾਇਆ ਕਰਦੇ ਸੀ। ਔਰ ਇੱਥੇ ਗ੍ਰੰਥੀ ਦੇ ਨਾਲ ਨਾਲ ਬਾਬਾ ਜੀ ਨੇ ਆਪਣੀ ਮਿਹਨਤ ਕਰਨੀ ਵੀ ਸ਼ੁਰੂ ਕੀਤੀ, ਮੱਝਾਂ ਰੱਖੀਆਂ ਔਰ ਦੁੱਧ ਦੀ ਸੇਵਾ ਕਰਨੀ, ਔਰ ਠੇਕੇ ਤੇ ਜ਼ਮੀਨ ਲੈ ਕੇ ਉਹਦੀ ਕਮਾਈ ਕਰਕੇ ਰਾਤ ਦਿਨ ਨੱਕੇ ਮੋੜ ਕੇ ਉਹ ਜਿਹੜਾ ਪੈਸਾ ਹੁੰਦਾ ਸੀ ਉਹ ਵੀ ਗੁਰੂ ਘਰ ਤੇ ਲਾਉਂਦੇ ਸੀ। ਸਾਡੇ ਗੁਰਦੁਆਰੇ ਸਾਹਿਬ ਜੀ ਦੀ ਜਿਹੜੀ ਸਾਰੀ ਮੁਕੰਮਲਤਾ ਆ 1974 ਵਿੱਚ ਹੋ ਚੁੱਕੀ ਸੀ। ਉਸ ਸਮੇਂ ਫੇ ਮਹਾਂਪੁਰਸ਼ਾਂ ਨੂੰ ਬੁਲਾ ਕੇ ਦਮਦਮੀ ਟਕਸਾਲ ਦੇ ਔਰ ਇੱਥੇ 101 ਅਖੰਡ ਪਾਠ ਸਾਹਿਬ ਸੂਰੋਪੱਡੇ ਛੋਟੇ ਜਿਹੇ ਨਗਰ ਵਿੱਚ ਹੋਇਆ। ਉੱਥੇ ਮਹਾਂਪੁਰਸ਼ਾਂ ਨੇ ਸਾਰੀ ਰੂਪ ਰੇਖਾ ਬਣਾਈ, ਸਿੰਘਾਂ ਨੇ ਘਰਾਂ ਵਿੱਚ ਨਿਵਾਸ ਕਰਨਾ, ਔਰ 2-2 ਸਿੰਘਾਂ ਨੇ ਇਹ ਅਖੰਡ ਪਾਠ ਦੀ ਸੇਵਾ ਕੀਤੀ ਆ। 6-6 ਘੰਟੇ ਦਾ ਚੌਂਕੜਾ ਲੱਗਦਾ ਰਿਹਾ ਜੀ ਅਖੰਡ ਪਾਠ ਦਾ। 1974 ਵਿੱਚ ਇਹ ਲੜੀ ਦੀ ਸਮਾਪਤੀ ਹੁੰਦੀ ਆ। ਉਹਨਾਂ ਦਿਨਾਂ ਦੇ ਵਿੱਚ ਜਹਾਜ਼ ਦੇ ਨਾਲ ਫੁੱਲਾਂ ਦੀ ਵਰਖਾ ਕੀਤੀ ਆ ਔਰ ਦਾਸ ਦੇ ਨਗਰ, ਔਰ ਇਲਾਕਾ ਜਿਹੜਾ ਸੀ ਪੈਦਲ ਚੱਲ ਕੇ ਜਾਂਦਾ ਰਿਹਾ। ਗੁਰਦੁਆਰਾ ਸਾਹਿਬ ਉਦੋਂ ਛੋਟਾ ਜਿਹਾ ਨਾਲ ਬਾਗ ਸੀ ਤੇ ਬਹੁਤ ਸੁੰਦਰਤਾ ਹੀ ਆਲੀਸ਼ਾਨ ਉਹਨਾਂ ਦਿਨਾਂ ਵਿੱਚ ਗੁਰਦੁਆਰਾ ਸਾਹਿਬ ਬਣਾਇਆ। ਫਿਰ ਸਮਾਂ ਪੈਂਦਾ ਗਿਆ, ਜਦੋਂ 1974 ਵਿੱਚ ਇਹ ਮੁਕੰਮਲਤਾ ਹੀ ਹੋਈ ਆ। 2-3 ਸਾਲ ਬਾਬਾ ਜੀ ਬਾਅਦ ਵਿੱਚ ਵੀ ਰਹੇ ਆ। ਔਰ 1978 ਵਿੱਚ ਜਦੋਂ ਮਹਾਂਪੁਰਖ ਬਾਬਾ ਜਰਨੈਲ ਸਿੰਘ ਦੀ ਗ੍ਰਿਫਤਾਰੀ ਵੀ 77 ਦੇ ਲਾਗੇ ਹੁੰਦੀ ਆ ਮਈਤੇ, ਉੱਥੇ ਵੀ ਗੋਲੀ ਕਾਂਡ ਹੋਇਆ, ਉੱਥੇ ਵੀ ਕਈ ਸਿੰਘ ਸ਼ਹੀਦ ਹੋ ਗਏ ਆ। ਬਾਬਾ ਜੀ ਉਦੋਂ ਵੀ ਉੱਥੇ ਸੀ। ਔਰ 1978 ਦੇ ਵਿੱਚ ਫਿਰ ਬਾਬਾ ਜੀ ਇੱਥੇ ਨਾਲ ਮਹਾਂਪੁਰਸ਼ ਬਾਬਾ ਜਰਨੈਲ ਸਿੰਘ ਜੀਆਂ ਦੇ ਨਾਲ ਰਿਹਾ ਕਰਦੇ ਸੀ। ਇੱਕ ਮੈਂ ਗੱਲ ਰੋਕਦਾ, ਪਹਿਲਾਂ ਰਵੱਈਆ ਇਹਨਾਂ ਦਾ ਜਿਵੇਂ ਵਧੀਕੀਆਂ ਕਿਹਾ ਜਾਂਦਾ ਹੈ ਕਿ ਸਿੱਖਾਂ ਦੇ ਨਾਲ ਵਧੀਕੀਆਂ ਉਦੋਂ ਵੀ ਹੁੰਦੀਆਂ ਸੀ, ਅੱਜ ਵੀ ਹੋ ਰਹੀਆਂ। ਉਦੋਂ ਰਵੱਈਆ ਇਹਨਾਂ ਦਾ ਕਿਵੇਂ ਦਾ ਸੀ ਆਮ ਲੋਕਾਂ ਦੇ ਪ੍ਰਤੀ, ਜਾਂ ਮਹਾਂਪੁਰਖਾਂ ਨੂੰ ਜਦੋਂ ਮਿਲਦੇ ਸੀ ਕਿੱਦਾਂ ਦੀਆਂ ਗੱਲਾਂ ਬਾਤਾਂ? ਤੁਸੀਂ ਕਦੀ ਸੁਣਿਆ ਵੀ ਕੁਝ ਵੀਰ ਰਸ ਵਾਲੀਆਂ ਗੱਲਾਂ ਬਾਤਾਂ ਵੀ ਕਰਦੇ ਸੀ ਕਿ ਇਹ ਨਹੀਂ ਹੋਣਾ ਚਾਹੀਦਾ? ਨਹੀਂ, ਪਹਿਲਾਂ ਜਿਹੜਾ ਬਾਬਾ ਜੀ ਦਾ ਬਹੁਤ ਦਿਲੀ ਪਿਆਰ ਸੀ ਸੰਗਤਾਂ ਦੇ ਨਾਲ, ਵੀ ਕੋਈ ਇਹੋ ਜਿਹੀ ਬਾਤ ਨਹੀਂ ਸੀ ਆਪਣੇ ਪ੍ਰਚਾਰ ਦੇ ਨਾਲ। ਤੇ ਇਹੀ ਮਤਲਬ ਸੀ ਸਿੱਖ ਸੰਗਤਾਂ ਨੂੰ ਗੁਰੂ ਵਾਲੇ ਬਣਾਉਣਾ, ਅੰਮ੍ਰਿਤ ਛਕਾਉਣਾ, ਪਿੰਡਾਂ ਵਿੱਚ ਜਾ ਕੇ ਰਾਤ ਪ੍ਰਚਾਰ ਕਰਨੇ, ਔਰ ਸਾਈਕਲ ਤੇ ਜਾ ਕੇ ਕਥਾ ਕਰਦੇ ਰਹੇ ਆ। ਜਿੱਥੇ ਵੀ ਕਿਸੇ ਨੇ ਬੁਲਾ ਲਿਆ ਬਿਨਾਂ ਭੇਟਾ ਤੋਂ ਔਰ ਸੇਵਾ ਕਰਨੀ। ਇੰਨਾ ਗੁਰੂ ਦੀ ਬਾਣੀ ਦੇ ਨਾਲ, ਕਥਾ ਦੇ ਨਾਲ ਲਗਨ ਸੀ। ਔਰ ਜਿਹੜਾ ਰਵੱਈਆ ਜਦੋਂ ਬਦਲਦਾ ਗਿਆ, ਜਦੋਂ ਇਹ ਸਿੱਖਾਂ ਦੇ ਨਾਲ ਵਧੀਕੀ ਹੋ ਰਹੀ ਸੀ, ਮਤਰੇਈ ਮਾਂ ਵਾਲਾ ਇਹ ਸਰਕਾਰਾਂ ਦਾ ਜਦੋਂ ਰਵੱਈਆ ਬਣ ਗਿਆ, ਤੇ ਮਹਾਂਪੁਰਖ ਬਾਬੇ
ਜਰਨੈਲ ਸਿੰਘ ਜੀ ਹੋਣਾ ਨੇ ਜਦੋਂ ਫਿਰ ਆਪ ਪ੍ਰਚਾਰ ਕਰਨਾ ਤੇ ਕਹਿਣਾ ਸਿੰਘੋ ਤੁਸੀਂ ਤਿਆਰ ਹੋ, ਸਮਾਂ ਬੜਾ ਭਿਆਨਕ ਆ ਰਿਹਾ। ਔਰ ਬਾਬਾ ਜੀ ਵੀ ਕਮਰ ਕੱਸੇ ਕਰ ਚੁੱਕੇ ਸੀ। ਔਰ ਸੰਤ ਗਿਆਨੀ ਜਰਨੈਲ ਸਿੰਘ ਜੀ ਜਦੋਂ ਇੱਥੇ 2 ਕਥਾ ਸੰਪੂਰਨ ਸਾਡੇ ਨਗਰ ਹੋਈਆਂ, ਤੀਸਰੀ ਕਥਾ ਚੱਲ ਰਹੀ ਸੀ ਤੇ ਬਾਬਾ ਜੀ ਨੂੰ ਤਕਰੀਬਨ ਮਹਾਂਪੁਰਸ਼ 78 ਦੇ ਲਾਗੇ 77 ਦੇ ਲਾਗੇ ਗੁਰਦੁਆਰਾ ਰਾਮ ਥੰਮਣ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਮਾਸੀ ਦੇ ਪੁੱਤਰਾਂ ਦਾ ਉੱਥੇ ਲੈ ਗਏ ਸੀ ਸੇਵਾ ਵਾਸਤੇ। ਫਿਰ ਉੱਥੋਂ ਮਹਾਂਪੁਰਸ਼ਾਂ ਦੇ ਨਾਲ ਆਉਣ ਜਾਣ ਬਣਿਆ ਰਹਿੰਦਾ। ਪਰਿਵਾਰ ਭਾਵੇਂ ਸਾਡੇ ਕੋਲ ਸੀ, ਇੱਥੇ ਵੀ ਆਉਣਾ, ਉੱਥੇ ਕਾਰ ਸੇਵਾ ਵੀ ਨਾਲ ਕਰਾਉਣੀ ਤੇ ਮਹਾਂਪੁਰਸ਼ਾਂ ਦੇ ਨਾਲ ਵੀ ਦਿਨ ਰਾਤ ਦੀਆਂ ਜੋ ਵਿਚਾਰਾਂ ਮੀਟਿੰਗਾਂ ਕਰਦੇ ਰਹਿੰਦੇ ਸੀ ਬਾਬਾ ਜੀ ਦੇ ਨਾਲ। ਔਰ ਜਿੱਥੇ ਵੀ ਫਿਰ ਬਾਬਾ ਜੀ ਨੇ ਹੁਕਮ ਲਾ ਦੇਣਾ, ਸੇਵਾ ਲਾ ਦੇਣੀ, ਉੱਥੇ ਜਾਣਾ। ਫਿਰ ਸਦਾ ਵਾਸਤੇ ਹੀ ਫਿਰ 78 ਤੋਂ ਲੈ ਕੇ ਜਦੋਂ ਇੱਥੇ ਮਹਿਤੇ ਤੋਂ ਗੋਲੀकांड ਚੱਲਦਾ, ਫਿਰ ਤੇ ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਦੇ ਨਾਲ ਹੀ ਜਥੇ ਦੇ ਵਿੱਚ ਰਹਿਣ ਲੱਗ ਪਏ। ਜਿੱਥੇ ਜਿੱਥੇ ਮਹਾਂਪੁਰਸ਼ਾਂ ਨੇ ਪ੍ਰਚਾਰ ਵਹੀਰ ਕਰਨੀ, ਜਿੱਥੇ ਜਿੱਥੇ ਕੋਈ ਮੀਟਿੰਗ ਹੋਣੀ, ਪ੍ਰਚਾਰ ਕਰਨੀ, ਫਿਰ ਉੱਥੇ ਜਾਣ ਲੱਗ ਪਏ। ਕੋਈ ਇਹੋ ਜਿਹਾ ਕੋਈ ਜ਼ਿਕਰ ਆਉਂਦਾ ਹੈ ਕਿ 1978 ਤੋਂ ਲੈ ਕੇ 1984 ਤੱਕ ਕਿੱਥੇ ਕਿੱਥੇ ਵਿਚਰੇ ਆ, ਕਿਵੇਂ ਕਿਵੇਂ ਦੇ ਉਹਨਾਂ ਨੇ ਕਾਰਜ ਕੀਤੇ ਆ, ਕੋਈ ਇਦਾਂ ਦੀ ਗੱਲਬਾਤ ਵੀ ਕੋਈ ਜ਼ਿਕਰ ਆਉਂਦਾ ਹੈ ਜੀ? ਬਾਬਾ ਮੋਹਰ ਸਿੰਘ ਜੀ ਪਹਿਲਾਂ ਤੇ ਪਿੰਡ ਲੈਵਲ ਤੇ ਕਥਾ ਪ੍ਰਚਾਰ ਕਰਦੇ ਸੀ। ਫਿਰ ਆਪ ਜੀਆਂ ਨੂੰ ਦੱਸਿਆ ਕਿ ਦੇਸਾਂ ਪ੍ਰਦੇਸ਼ਾਂ ਵਿੱਚ ਸਿੰਗਾਪੁਰ, ਮਲੇਸ਼ੀਆ ਸਾਡੇ ਨਗਰ ਦੇ ਬਹੁਤ ਪਰਿਵਾਰ ਗਏ ਸੀ। ਫਿਰ ਉੱਥੇ ਜਾਣ ਲੱਗ ਪਏ। ਫਿਰ ਵੱਡੇ ਵੱਡੇ ਜਿੱਦਾਂ ਕਾਨਪੁਰ ਆ, ਬੰਬੇ, ਇਸ ਤਰ੍ਹਾਂ ਚੰਡੀਗੜ੍ਹ, ਵੱਡੇ ਵੱਡੇ ਸ਼ਹਿਰਾਂ ਵਿੱਚ ਜਾ ਕੇ ਕਈ ਦਿਨਾਂ ਦਾ ਪ੍ਰਚਾਰ ਕਰਦੇ ਰਹਿੰਦੇ, ਕਿਉਂਕਿ ਜਿੱਥੇ ਜਿੱਥੇ ਸੰਗਤਾਂ ਬੁਲਾਉਂਦੀਆਂ ਸੀ, ਪਿਆਰ ਕਰਦੀਆਂ ਸੀ ਤੇ ਮਹਾਂਪੁਰਸ਼ਾਂ ਨੇ ਚੜ੍ਹਦੀ ਕਲਾ ਦੇ ਨਾਲ ਕਥਾ ਦਾ ਪ੍ਰਚਾਰ ਕਰਨਾ ਔਰ ਅਮਰ ਸੰਚਾਰ ਨਾਲ ਕਰਾਉਣੇ। ਮਹਾਂਪੁਰਖਾਂ ਨੇ ਬਹੁਤ ਪਿਆਰ ਕਰਨਾ ਬਾਬਾ ਮੋਹਰ ਸਿੰਘ ਜੀਆਂ ਦੇ ਨਾਲ। ਉਸ ਸਮੇਂ ਜਿਹੜਾ ਪਰਿਵਾਰ ਸੀ ਇਹਨਾਂ ਦੀ ਸਿੰਘਣੀ, ਧਰਮਸ ਪਤਨੀ, ਬੱਚੀਆਂ, ਉਹ ਉਦੋਂ ਕਿੱਥੇ ਰਹਿੰਦੀਆਂ ਸੀ ਜਦੋਂ ਇਹ ਬਾਹਰ ਰਹਿੰਦੇ ਸੀ? ਉਹ ਪਰਿਵਾਰ ਸਾਡੇ ਨਗਰ ਦੇ ਵਿੱਚ ਬਾਬਾ ਜੀ ਦਾ ਘਰ ਸੀ। ਛੋਟਾ ਜਿਹਾ ਘਰ ਸੀ। ਪਰਿਵਾਰ ਬਹੁਤ ਪ੍ਰੇਮ ਕਰਦੇ ਸੀ। ਔਰ ਗੁਰਦੁਆਰਾ ਸਾਹਿਬ ਦੇ ਵਿੱਚ ਮੈਂ ਦੱਸ ਜਾਵਾਂ, ਇੱਕ ਸਧਾਰਨ ਸਾਡੇ ਨਗਰ ਦਾ ਭਾਈ ਰਾਮ ਸਿੰਘ ਜੀ ਸਧਾਰਨ ਸੀ ਜੀ, ਜ਼ਬਾਨ ਨਹੀਂ ਸੀ ਚੱਲਦੀ, ਗੂੰਗਾ ਸੀ। ਔਰ ਪਰਿਵਾਰਕ ਵੀ ਉਹਨੂੰ ਕੋਈ ਸਾਂਭਣ ਵਾਲਾ ਨਹੀਂ। ਉਹ ਬਾਬਾ ਜੀ ਨੇ ਆਪਣੇ ਕੋਲ ਸਿੰਘ ਨੂੰ ਰੱਖਿਆ, ਬਿਲਕੁਲ ਇੱਕ ਸਧਾਰਨ, ਜਿੱਦਾਂ 8ਵੇਂ ਪਾਤਸ਼ਾਹ ਮਹਾਰਾਜ ਨੇ ਛੱਜੂ ਝੀਵਰ ਤੇ ਕਿਰਪਾ ਕੀਤੀ ਆ। ਔਰ ਬਾਬਾ ਜੀ ਨੇ ਉਸ ਗੁੰਗੇ ਨੂੰ ਹੇਠਾਂ ਲਿਖ ਕੇ ਉਹਨੂੰ ਆਵਾਜ਼ ਉਹਦੀ ਕੱਢਣੀ ਸਿਖਾਈ, ਅਲਾਪ ਸਿਖਾਏ, ਆਪਣੇ ਹੱਥੀਂ ਉਹਦਾ ਕੇਸੀ ਇਸ਼ਨਾਨ ਕਰਾਉਣਾ, ਅੰਮ੍ਰਿਤ ਪਾਨ ਕਰਵਾਇਆ। ਇੱਕ ਗੁੰਗੇ ਦੇ ਉੱਤੋਂ ਗੁਰੂ ਮਹਾਂਪੁਰਖਾਂ ਨੇ ਇੰਨੀ ਕਿਰਪਾ ਕਰ ਦਿੱਤੀ ਆ ਕਿ ਉਹ ਅੱਜ ਉਹ ਖੰਡ ਪਾਠੀ ਆ। ਜਦੋਂ ਬਾਬਾ ਜੀ ਬਾਹਰ ਜਾਂਦੇ ਸੀ, ਉਹ ਫਿਰ ਗੁਰੂ ਘਰ ਗ੍ਰੰਥੀ ਦੀ ਸੇਵਾ ਕਰਦੇ ਸੀ। ਅੱਜ ਵੀ ਉਹ ਨਗਰ ਦੇ ਆ ਸਿੰਘ ਤੇ ਅੱਜ ਉਹ ਭਾਈ ਰਾਮ ਸਿੰਘ ਜੀ ਸੇਵਾ ਕਰ ਰਹੇ ਆ। ਔਰ ਬਾਬਾ ਜੀ ਜਦੋਂ ਜਾਂਦੇ ਸੀ ਤੇ ਬਾਬਾ ਜੀ ਦੇ ਪਰਿਵਾਰ ਦੇ ਕੋਲ ਉਹ ਵੀ ਭਾਈ ਰਾਮ ਸਿੰਘ ਜੀ ਵੀ ਰਿਹਾ ਕਰਦੇ ਸੀ। ਬਾਬਾ ਦੇ ਗੜਬਈ ਦੀ ਸੇਵਾ ਕਰਦੇ ਸੀ, ਨਾਲ ਸਦਾ ਵਿਚਰਦੇ ਸੀ। ਗੱਲ ਤੁਸੀਂ ਦੱਸਿਆ ਕਿ ਜਿਹੜਾ ਉਹਨਾਂ ਦਾ ਪਰਿਵਾਰ ਉਹ ਪਿੰਡ ਦੇ ਵਿੱਚ ਹੀ ਰਹਿੰਦਾ ਸੀ। ਫਿਰ ਜਦੋਂ ਆਪਾਂ ਗੱਲ ਹੁਣ ਉੱਥੇ ਲੈ ਕੇ ਆਉਣੇ ਆ ਜੂਨ 1984 ਦੀ, 1984 ਦੇ ਵਿੱਚ ਕਾਂਡ ਹੁੰਦਾ ਹੈ ਜਦੋਂ ਸਾਕਾ ਨੀਲਾ ਧਾਰਾ ਵਾਪਰਦਾ ਹੈ। ਉਦੋਂ ਉੱਥੇ ਕਿਵੇਂ ਸਾਰੀ ਜਿਹੜੀ ਵਿਉਂਤਬੰਦੀ ਕਿਵੇਂ ਬਣਦੀ ਹੈ, ਕਿਵੇਂ ਉੱਥੇ ਭਾਈ ਮੋਹਰ ਸਿੰਘ ਜੀ ਪਹੁੰਚਦੇ ਆ, ਕਿਵੇਂ ਸ਼ਹੀਦੀ ਹੁੰਦੀ ਹੈ, ਉਸ ਗੱਲ ਤੇ ਹੈਗੀ ਆ। ਬਾਬਾ ਮੋਹਰ ਸਿੰਘ ਜੀ ਫਿਰ ਜੀ 80 ਤੋਂ ਬਾਅਦ 82 ਦੇ ਲਾਗੇ ਇਹ ਆਪਣੇ ਪਰਿਵਾਰ ਨੂੰ ਨਾਲ ਲੈ ਗਏ ਆ। ਫਿਰ ਨਗਰ ਵਾਲਿਆਂ ਨੇ ਬਹੁਤ ਕਿਹਾ ਵੀ ਬਾਬਾ ਜੀ ਇੱਥੇ ਪਰਿਵਾਰ ਰਹਿਣ ਦਿਓ। ਕਹਿੰਦੇ ਨੇ ਹੁਣ ਨਾਲ ਲੈ ਕੇ ਜਾਣਾ ਹਰਮੰਦਰ ਸਾਹਿਬ, ਆਪਾਂ ਰਹਿ ਕੇ ਉੱਥੇ ਨਿਵਾਸ ਦੀ ਸੇਵਾ ਕਰਨੀ ਆ। ਸਮਾਂ ਜ਼ਿੰਦਗੀ ਦਾ ਥੋੜਾ ਆ, ਉੱਥੇ ਸਾਡਾ ਪਰਿਵਾਰ ਵੀ ਬਾਣੀ ਪੜੂਗਾ, ਧੀਆਂ ਵੀ ਬਾਣੀ ਪੜਨਗੀਆਂ। ਬਾਬਾ ਜੀ ਪਰਿਵਾਰ ਉੱਥੇ ਲੈ ਗਏ ਸੀ। ਔਰ ਬਾਬਾ ਜੀ ਜਿਹੜੀ ਰਿਹਾਇਸ਼ ਸੀ, ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਵਾਲਾ ਜਿਹੜਾ ਉੱਪਰਲਾ ਬੁੰਗਾ ਆ, ਉਹਨਾਂ ਕਮਰਿਆਂ ਵਿੱਚ ਬਾਬਾ ਜੀ ਦਾ ਨਿਵਾਸ ਸੀ, ਪਰਿਵਾਰ ਰਿਹਾ ਕਰਦਾ ਸੀ। ਉੱਥੇ ਰਹਿ ਕੇ ਬਾਣੀ ਪੜ੍ਹਦੇ ਸੀ, ਸੇਵਾ ਕਰਦੇ ਸੀ। ਇੱਕ ਮੈਂ ਛੋਟੀ ਜੀ ਇਹ ਘਟਨਾ ਦੱਸਦਾ ਵਾਂ। ਬਾਬਾ ਜੀ ਦੀ ਬਰਸ਼ੀ ਤੇ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਆਏ, ਮੰਜੀ ਸਾਹਿਬ ਵਾਲੇ ਕਥਾਵਾਚਕ। ਉਹ ਸਾਡੇ ਨਗਰ ਬਾਬਾ ਜੀ ਦੀ ਕਥਾ ਦੇ ਬਾਰੇ, ਜੀਵਨੀ ਬਾਰੇ ਦੱਸ ਰਹੇ ਸੀ। ਉਹਨਾਂ ਆਪ ਦੱਸਿਆ ਵੀ ਨਗਰ ਵਾਲਿਓ ਕਹਿੰਦੇ ਵੀ ਬਾਬਾ ਮੋਹਰ ਸਿੰਘ ਜੀ, ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਕਹਿੰਦੇ ਕਿ ਮੇਰੇ ਤੋਂ ਸੀਨੀਅਰ ਸੀ, ਬਹੁਤ ਤਗੜੇ ਵਿਦਵਾਨ ਸੀ। ਕਹਿੰਦੇ ਕਿ ਮੈਂ ਮੰਜੀ ਸਾਹਿਬ ਕਥਾ ਕਰਨੀ ਸੀ। ਅੰਮ੍ਰਿਤ ਵੇਲੇ ਦਰਬਾਰ ਸਾਹਿਬ ਤੋਂ ਜਿਹੜਾ ਹੁਕਮ ਆਇਆ, ਕਹਿੰਦੇ ਹੁਕਮ ਬੜਾ ਮਹਿੰਗਾ। ਮੈਂ ਕੋ ਬਾਬਾ ਮੋਹਰ ਸਿੰਘ ਜੀ ਦੇ ਕੋਲੋਂ ਅਰਥ ਪੁੱਛਣ ਵਾਸਤੇ ਗਿਆ ਤੇ ਬਾਬਾ ਮੋਹਰ ਸਿੰਘ ਨਾਲ ਫਤਿਹ ਸਾਂਝੀ ਕੀਤੀ। ਤੇ ਬਾਬਾ ਮੋਹਰ ਸਿੰਘ ਜੀ ਕਹਿਣ ਲੱਗੇ, ਭਾਈ ਜਸਵੰਤ ਸਿਆ, ਅੱਜ ਤੇ ਤੂੰ ਆ ਗਿਆ, ਹੁਣ ਤੂੰ ਬਾਅਦ ਵਿੱਚ ਮੇਰੇ ਕੋਲ ਅਰਥ ਨਾ ਪੁੱਛੀ। ਇਹ ਅਰਥਾਂ ਦੀ ਸੇਵਾ ਤੁਸੀਂ ਕਰੋ, ਪ੍ਰਚਾਰ ਤੁਸੀਂ ਕਰੋ ਤੇ ਮੇਰੀ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਅਰਦਾਸ ਕਰ ਜਾਏ ਕਿ ਮੈਂ ਔਰ ਮੇਰੀ ਘਰਵਾਲੀ ਤੇ ਮੇਰੀਆਂ ਬੱਚੀਆਂ ਗੁਰੂ ਰਾਮਦਾਸ ਦੇ ਘਰ ਸ਼ਹੀਦ ਹੋ ਜਾਣ। ਹੁਣ ਸਮਾਂ ਜਿਹੜਾ ਭਿਆਨਕ ਆ ਗਿਆ ਗੁਰੂ ਰਾਮਦਾਸ ਦੇ ਘਰ ਦੇ ਉੱਤੇ,
ਇਹ ਜਿਹੜੇ ਹਾਕਮ ਲੋਕ ਆ ਇਹ ਵਧੀਕੀ ਕਰ ਰਹੇ ਆ। ਇਸ ਕਰਕੇ ਮੈਂ ਪਰਿਵਾਰ ਸਮੇਤ ਸ਼ਹੀਦ ਹੋਣਾ। ਹੁਣ ਮੇਰੀ ਸ਼ਹੀਦ ਹੋਣ ਦੀ ਉੱਥੇ ਅਰਦਾਸ ਕਰ ਦਿਓ। ਇਹ ਬਾਬਾ ਜੀ ਨੇ ਆਪ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਨੂੰ ਇਹ ਬਚਨ ਕਹੇ ਸੀ। ਹਾਂਜੀ। ਕਿੰਨੀ ਜਦੋਂ ਇੱਥੋਂ ਗਏ ਆ ਤੁਹਾਡੇ ਪਿੰਡੋਂ, ਬੱਚਿਆਂ ਦੀ ਉਮਰ ਕਿੰਨੀ ਸੀ? ਛੋਟੀਆਂ ਬੱਚੀਆਂ ਜਿਹੜੀਆਂ ਉੱਥੇ ਸ਼ਹੀਦ ਹੁੰਦੀਆਂ ਉਹਨਾਂ ਦੀ ਉਮਰ ਕਿੰਨੀ ਸੀ? ਇਹ ਬੱਚੀਆਂ ਦੀ ਉਮਰ ਤਕਰੀਬਨ 5 ਜਾਂ 7 ਸਾਲ ਦੇ ਲਾਗੇ ਸੀ। 3 ਬਾਬਾ ਜੀ ਦੀਆਂ ਬੱਚੀਆਂ ਸੀ। ਇੱਕ ਦਾ ਨਾਮ ਸੀ ਸਤਨਾਮ ਕੌਰ, ਵਾਹਿਗੁਰੂ ਕੌਰ ਤੇ ਜੀਤ ਕੌਰ। ਬਾਬਾ ਜੀ ਦੇ ਘਰੋਂ ਧਰਮ ਪਤਨੀ ਦਾ ਨਾਮ ਸੀ ਬੀਬੀ ਪ੍ਰੀਤਮ ਕੌਰ। ਉਹ ਵੀ ਖਾਲਸਾ ਜੀ, ਜਿਹੜੀ ਬੀਬੀ ਪ੍ਰੀਤਮ ਕੌਰ ਸੀ ਉਹ ਵੀ ਹਿੰਦੂ ਪਰਿਵਾਰ ਦੇ ਨਾਲ ਪਹਿਲਾਂ ਉਸ ਪਰਿਵਾਰ ਦੇ ਵਿੱਚੋਂ ਸੀ। ਉਹ ਵੀ ਪਰਿਵਾਰ ਅੰਮ੍ਰਿਤ ਛਕ ਕੇ ਤੇ ਇਸ ਘਰ ਦੇ ਨਾਲ ਜੁੜਿਆ। ਇਧਰੋਂ ਬਾਬਾ ਜੀ ਜੁੜੇ ਤੇ ਬਹੁਤ ਚੜ੍ਹਦੀ ਕਲਾ ਵਾਲੇ ਬੀਬੀ ਜੀ ਸੀ। ਅਸੀਂ ਆਪਣੇ ਕੰਨੀ ਸੁਣਦੇ ਰਹੇ ਹਾਂ, ਦਰਸ਼ਨ ਕਰਦੇ ਰਹੇ ਹਾਂ ਕਿ ਬਾਬਾ ਜੀ ਦੇ ਨਾਲ ਉਹਨਾਂ ਦੇ ਘਰੋਂ ਧਰਮ ਪਤਨੀ ਬੀਬੀ ਪ੍ਰੀਤਮ ਕੌਰ ਜੀ ਕਥਾ ਪੜਾਇਆ ਕਰਦੇ ਸੀ ਤੇ ਬਾਬਾ ਜੀ ਅਰਥ ਕਰਿਆ ਕਰਦੇ ਸੀ ਔਰ ਦਮਾਲਾ ਸਜਾਉਂਦੇ ਸੀ। ਬੀਬੀ ਜੀ ਬਹੁਤ ਚੜ੍ਹਦੀ ਕਲਾ ਵਾਲੇ ਔਰ ਬੱਚੀਆਂ ਨੇ ਵੀ ਦਮਾਲੇ ਸੁੰਦਰ ਸਜਾਇਆ ਕਰਦੇ ਸੀ, ਬੜੇ ਜੀਵਨ ਵਾਲੇ। ਜਿਹੜੀ ਫਿਰ ਗੱਲ ਮੈਂ ਉੱਥੇ ਲੈ ਕੇ ਆਉਣਾ ਹੈ ਕਿ ਜਿਹੜੀ ਉਹਨਾਂ ਦੀ ਜਿਹੜਾ ਉਹ ਸਬੱਬ ਬਣਦਾ ਹੈ ਸਾਰਾ, ਕਿੰਨੀ ਜੂਨ ਨੂੰ ਸ਼ਹੀਦੀ ਹੁੰਦੀ ਹੈ, ਕਿੰਨੇ ਦਿਨ ਉਹ ਲੜਦੇ ਆ, ਉਹ ਸਾਰੀ ਗੱਲਬਾਤ ਆਪਾਂ ਤੁਹਾਨੂੰ ਪੁੱਛਣਾ ਚਾਹੁੰਦੇ ਕਿ ਸੰਗਤ ਨੇ ਪੜ੍ਹਿਆ ਬਹੁਤ ਕਿਤਾਬਾਂ ਦੇ ਵਿੱਚ, ਪਰ ਅਜੇ ਤੱਕ ਉਹਨਾਂ ਤੱਕ, ਸੰਗਤ ਤੱਕ ਇਹ ਗੱਲ ਨਹੀਂ ਪਹੁੰਚੀ ਕਿ ਭਾਈ ਮੋਹਰ ਸਿੰਘ ਕਿੱਥੋਂ ਦੇ ਸੀ ਔਰ ਕਿਸ ਤਰੀਕੇ ਨਾਲ ਬੱਚਿਆਂ ਦੀ ਸ਼ਹੀਦੀ ਹੁੰਦੀ। ਉਹ ਜ਼ਰੂਰ ਦੱਸੋ ਜੀ ਆਪ। ਹਾਂਜੀ, ਮੈਂ ਦੱਸ ਚੁੱਕਾ। ਬਾਬਾ ਮੋਹਰ ਸਿੰਘ ਜੀ ਹੈ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਸੀ। ਧਾਰੀਵਾਲ ਤਲਵੰਡੀ ਰੱਤੋ ਕੇ ਉਹਨਾਂ ਦਾ ਪਿੰਡ ਸੀ। ਇੱਥੋਂ ਮਹਾਂਪੁਰਖਾਂ ਦੇ ਸੰਪਰਕ ਵਿੱਚ ਆਏ, ਦਮਦਮੀ ਟਕਸਾਲ ਦੇ ਜਥੇ ਵਿੱਚ ਆ ਗਏ। ਇੱਥੋਂ ਅਜੇ ਜਵਾਨ ਸੀ, ਸਾਡੇ ਕੋਲ ਆ ਗਏ। ਆਨੰਦ ਕਾਰਜ ਹੋਇਆ ਬੀਬੀ ਦੇ ਨਾਲ। ਇੱਥੇ 3 ਬੱਚੀਆਂ ਦੇ ਸਾਡੇ ਨਗਰ ਜਨਮ ਹੋਇਆ। ਇੱਥੋਂ ਵੀ ਪ੍ਰਚਾਰ ਕਰਦਿਆਂ ਮਹਾਂਪੁਰਸ਼ਾਂ ਦੀ ਬਹੁਤ ਹੀ ਪਿਆਰ ਲਿਆ। ਇੱਥੋਂ ਜਦੋਂ 82 ਤੋਂ ਚਲੇ ਗਏ ਉੱਥੇ ਰਹਿਣ ਲੱਗ ਪਏ ਆ। ਔਰ ਜਿਹੜਾ ਹਰਮੰਦਰ ਸਾਹਿਬ ਦੇ ਉੱਤੇ ਅਟੈਕ ਕਰਨ ਦਾ, ਇਹ ਖਾਲਸਾ ਜੀ ਬਹੁਤ ਸਾਲ ਪਹਿਲਾਂ ਪਲੈਨਿੰਗ ਬਣਾ ਚੁੱਕੇ ਸੀ। ਉਹਨਾਂ ਨੇ ਨਕਸ਼ੇ ਬਣਾ ਕੇ ਸਾਰਾ ਹਰਮੰਦਰ ਸਾਹਿਬ ਦਾ ਨਕਸ਼ਾ ਲੈ ਚੁੱਕੀ ਸੀ ਸਰਕਾਰ ਕਿ ਇਸ ਤਰ੍ਹਾਂ ਆਪਾਂ ਅਟੈਕ ਕਰਨਾ, ਕਿੱਧਰੋਂ ਜਾਣਾ, ਕੀ ਬਣੇਗਾ। ਤੇ ਮਹਾਂਪੁਰਖਾਂ ਨੂੰ ਬੜੀਆਂ ਉਹਨਾਂ ਨੇ ਦਲੀਲਾਂ ਵੀ ਦਿੱਤੀਆਂ, ਕਈ ਤਰ੍ਹਾਂ ਦੇ ਕਈ ਕੁਛ ਕੀਤੇ ਆ। ਪਰ ਸੰਤ ਗਿਆਨੀ ਜਰਨੈਲ ਸਿੰਘ ਜੀ ਬਹੁਤ ਤਗੜੇ ਵਿਦਵਾਨ ਸੀ, ਹਰ ਪੱਖ ਤੋਂ ਜਾਣਦੇ ਸੀ। ਆਪ ਜੀਆਂ ਨੂੰ ਪਤਾ, ਜੇਠ ਮਨਾਲੀ ਉਸ ਸਮੇਂ ਦਾ ਵਕੀਲ ਜਿਹੜਾ ਸੀ, ਉਹਨੇ ਲਗਾਤਾਰ 200 ਸਵਾਲ ਮਹਾਂਪੁਰਸ਼ਾਂ ਨੂੰ ਕੀਤਾ, ਪਰ ਮਹਾਂਪੁਰਖਾਂ ਨੇ 1 ਦੇ 2 3 ਜਵਾਬ ਦਿੱਤੇ। ਉਹ ਆਪਣੀ ਕਲਮ ਫੜ ਕੇ ਤੇ ਆਪਣੇ ਮੂੰਹ 'ਚ ਉਂਗਲ ਪਾ ਕੇ ਬਹਿ ਗਿਆ ਕਿ ਇਹੋ ਜਿਹਾ ਜਰਨੈਲ, ਇਹ ਕੋ ਰੱਬ ਦਾ ਫਰਿਸ਼ਤਾ ਭੇਜਿਆ, ਇਹੋ ਜਿਹੇ ਵਿਦਵਾਨ। ਔਰ ਉਹਨਾਂ ਦੇ ਕੋਲੋਂ ਮਹਾਂਪੁਰਖਾਂ ਨੇ ਬਹੁਤ ਵੱਡਾ ਪਿਆਰ ਲਿਆ ਸੀ ਤੇ ਮਹਾਂਪੁਰਖ ਵੀ ਇੱਥੇ ਆਏ ਆ। ਔਰ ਜਿਹੜੀ ਸਰਕਾਰ ਦੀ ਚਾਲ ਸੀ, ਪਹਿਲੋਂ 1 ਜੂਨ ਤੋਂ ਗੋਲੀ ਚੱਲ ਪਈ ਆ, ਕਿਤੇ ਇੱਕ ਵਾਰ ਹੋਣ ਲੱਗ ਪਿਆ। ਮੈਂ ਥੋੜਾ ਜਿਹਾ ਦੱਸ ਚਾਹਾਂ, ਉਦੋਂ ਇਹ ਗਿਆਨੀ ਠਾਕੁਰ ਸਿੰਘ ਜਿਹੜੇ ਪਟਿਆਲੇ ਵਾਲੇ ਕਥਾਵਾਚਕ ਆ, ਉਹ ਵੀ ਉਦੋਂ ਨਾਲ ਕੀਰਤਨ ਕਰਿਆ ਕਰਦੇ ਸੀ, ਭਾਈ ਨਿਰਮਲ ਸਿੰਘ ਜੀ ਵਰਗੇ। ਔਰ ਇਹ ਕੀਰਤਨੀਏ ਸੀ। ਜਦੋਂ ਗੋਲੀ ਚੱਲੀ ਆ ਤੇ ਮਹਾਂਪੁਰਖਾਂ ਦੇ ਕੋਲ ਗਏ ਆ ਬਾਬਾ ਜਰਨੈਲ ਸਿੰਘ ਜੀ। ਸਰਕਾਰ ਨੇ ਜਿਹੜੇ ਕੰਮ ਤੋਂ ਡਰਦੇ ਸੀ, ਹਰਿਮੰਦਰ ਸਾਹਿਬ ਤੇ ਗੋਲੀ ਚਲਾਈ, ਅਸੀਂ ਛੱਡ ਆਏ ਆ। ਬਾਬਾ ਜਰਨੈਲ ਸਿੰਘ ਸਾਹਿਬ ਜੀ ਕਹਿਣ ਲੱਗੇ ਕਿ ਵੇਖੋ, ਆਪਣਾ ਇਤਿਹਾਸ ਪੜ੍ਹ ਕੇ ਵੇਖੋ, ਜਦੋਂ ਕਲਗੀਧਰ ਸੱਚੇ ਪਾਤਸ਼ਾਹ ਸਰਸਾ ਦੇ ਕੰਢੇ ਤੇ ਪਰਿਵਾਰ ਛੋੜੇ ਜਿਹੜਾ ਉੱਪਰ ਇਹ ਪਹਾੜੀ ਤੇ ਅੰਮ੍ਰਿਤ ਵੇਲੇ ਕੀਰਤਨ ਕਰਦੇ ਆ, ਉਦੋਂ ਮਹਾਰਾਜ ਸਾਹਿਬ ਦੇ ਸਾਹਿਬਜ਼ਾਦੇ ਕੋਲ ਆ, ਪਿਆਰੇ ਕੋਲ ਆ, ਉਦੋਂ ਵੀ ਵਰਦੀ ਗੋਲੀ ਦੇ ਵਿੱਚ ਆਸਾ ਜੀ ਦੀ ਵਾਰ ਦਾ ਭੋਗ ਪਾਇਆ। ਤੇ ਤੁਸੀਂ 1 ਗੋਲੀ ਦੇ ਨਾਲ ਇਹ ਨਹੀਂ ਗੱਲ ਬਣਨੀ, ਜਾ ਕੇ ਤੇ ਆਸਾ ਜੀ ਦੀ ਵਾਰ ਪੂਰੀ ਲਾਓ, ਭੋਗ ਪਾ ਕੇ ਆਓ, ਮਹਾਰਾਜ ਸਾਹਿਬ ਆਪੇ ਕਿਰਪਾ ਕਰਨਗੇ। 1 ਜੂਨ ਤੋਂ ਗੋਲੀ ਚੱਲ ਪਈ ਆ, 2 ਨੂੰ ਵੱਧ ਗਈ ਆ, 3 ਨੂੰ, 4 ਨੂੰ ਫਿਰ ਜ਼ਿਆਦਾ ਚੱਲੀ ਆ। ਫਿਰ ਚਲਦਿਆਂ ਬਾਹਰ ਅੰਦਰ ਜਿਹੜੇ ਸਿੰਘ ਸ਼ਹੀਦ ਹੁੰਦੇ ਆ। ਔਰ ਬਾਬਾ ਮੋਹਰ ਸਿੰਘ ਜੀ ਦਾ ਜਿਹੜਾ ਮੋਰਚਾ ਸੀ, ਉਹ ਬਾਬਾ ਦੀਪ ਸਿੰਘ ਜੀਆਂ ਦੇ ਉੱਪਰ ਜਿਹੜਾ ਅਸਥਾਨ ਆ, ਉੱਥੇ ਮੋਰਚਾ ਸੀ। ਜਿਹੜਾ ਪ੍ਰਕਰਮਾਂ ਦੇ ਵਿੱਚ ਅਸਥਾਨ ਹੈ ਬਾਬਾ ਦੀਪ ਸਿੰਘ ਜੀ ਦਾ, ਜਿੱਥੇ ਸੀਸ ਲੱਗਾ ਉੱਥੇ ਅਸਥਾਨ ਸੀ। ਹਾਂਜੀ, ਉੱਥੇ ਉਹਨਾਂ ਦਾ ਸਥਾਨ ਸੀ। ਕਿ ਕਿੰਨੀ ਤਰੀਕ ਨੂੰ, ਮੈਨੂੰ ਥੋੜਾ ਜਿਹਾ ਮੈਂ ਡਿਟੇਲ ਪੁੱਛਣਾ ਚਾਹੁੰਦਾ ਵੀ ਕਿੰਨੀ ਤਰੀਕ ਨੂੰ ਜਿਹੜੀ ਆ ਬਾਬਾ ਜੀ ਦੀ ਸ਼ਹੀਦੀ ਹੁੰਦੀ ਹੈ? ਤੁਹਾਨੂੰ ਇੰਨਾ ਕੁ ਪਤਾ ਹੈ ਕਿ ਉਹ ਕਿਵੇਂ ਇੱਕ ਜਿਹੜੀ ਵਿਉਂਤਬੰਦੀ ਸਾਰੀ ਸ਼ਹੀਦੀ ਦੀ ਬਣਦੀ ਹੈ, ਪਹਿਲਾਂ ਲੜੇ ਆ ਜਾਂ ਕਿਵੇਂ, ਉਹ ਸਾਰੀ ਗੱਲ ਦੱਸੋ। ਇਸ ਤਰ੍ਹਾਂ ਜੀ, ਆਪਾਂ ਜੋ ਸੁਣਦੇ ਆ, ਸਾਡੇ ਨਗਰ ਦੇ ਵੀ ਇੱਕ ਪੁਲਿਸ ਦੇ ਵਿੱਚ ਸਿਪਾਹੀ ਸੋਨਾ ਵੇਖਿਆ ਸੀ। ਉਹਨਾਂ ਨੇ ਬਾਅਦ ਵਿੱਚ ਬਾਬਾ ਜੀ ਦਾ ਜਿਹੜਾ ਸਰੂਪ ਵੀ ਪਛਾਣਿਆ, ਬੱਚੀਆਂ ਵੀ ਵੇਖੀਆਂ। ਔਰ ਬਾਬਾ ਜੀ ਨੇ 1-2 ਦਿਨ ਤੇ ਪਹਿਲਾਂ ਵੇਖਿਆ ਵੀ ਬਾਹਰ ਅੰਦਰ ਜਿਹੜੇ ਸਿੰਘ ਸੀ ਉਹ ਪਵ ਲੜਦੇ ਸੀ, ਕਿਉਂਕਿ ਮੋਰਚਿਆਂ ਦੇ ਵਿੱਚ ਸੀ, ਮੋਰਚਿਆਂ 'ਚੋਂ ਗੋਲਾਬੰਦੀ ਚੱਲ ਰਹੀ ਸੀ, ਸਭ ਕੁਝ ਹੋ ਰਿਹਾ ਸੀ। ਔਰ ਜਿਹੜੀ ਸਰਕਾਰ ਕਹਿੰਦੀ ਸੀ ਕਿ ਸੰਤ ਜਰਨੈਲ ਸਿੰਘ ਨੂੰ ਹੱਥੀਂ ਫੜ ਕੇ ਲਿਆਉਣਾ,
ਇਹਨਾਂ ਸਿੰਘਾਂ ਨੂੰ ਘਸੀਟ ਕੇ ਲਿਆਵਾਂਗੇ। ਇਹਨਾਂ ਦੀਆਂ ਪਹਿਲੀਆਂ ਟੁਕੜੀਆਂ ਜਾਂਦੀਆਂ ਰਹੀਆਂ, ਇਹ ਤੇ ਸਿੰਘਾਂ ਨੇ ਜਾਂਦਿਆਂ ਉੱਥੇ ਪਰਿਕਰਮਾ ਦੇ ਵਿੱਚ 70 ਵਿਛਾਏ ਆ। ਉਹ ਆਪ ਕਹਿਣ ਲੱਗੇ ਵੀ ਕੋਈ ਗੈਬੀ ਸ਼ਕਤੀ ਲੜਦੀ ਆ, ਔਰ ਬਾਬਾ ਜੀ ਨੇ 1-2 ਦਿਨ ਅੰਦਰੋਂ ਵੀ ਕਾਫੀ ਗੋਲੀ ਦੇ ਫੈਰ ਕੀਤੇ ਆ। ਔਰ ਜਦੋਂ ਸਰਕਾਰ ਨੂੰ ਪਤਾ ਲੱਗਾ ਵੀ ਨਾ ਮਹਾਂਪੁਰਸ਼ਾਂ ਨੇ ਬਾਹਰ ਆਉਣਾ ਤੇ ਨਾ ਕਿਤੇ ਅੰਦਰੋਂ ਜਾ ਕੇ ਫੜੇ ਜਾਣੇ ਆ, ਫਿਰ ਸਰਕਾਰ ਦੀ ਬਦਨੀਤੀ ਦੇ ਨਾਲ ਹਰਿਮੰਦਰ ਸਾਹਿਬ ਟੈਂਕ ਵਾੜ ਲੱਗੇ ਆ। ਔਰ ਜਿਹੜੇ ਬਾਬਾ ਦੀਪ ਸਿੰਘ ਸਾਹਿਬ ਵਾਲੇ ਪਾਸੇ ਗੇਟ ਤੋਂ ਟੈਂਕ ਆਉਂਦੇ ਸੀ, ਉਹਨਾਂ ਨੂੰ ਬਾਬਾ ਮੋਹਰ ਸਿੰਘ ਜੀ ਨੇ ਆਪਣੀ ਘਰਵਾਲੀ ਧਰਮ ਸੁਪਤਨੀ ਬੀਬੀ ਪ੍ਰੀਤਮ ਕੌਰ ਦੇ ਨਾਲ ਸਲਾਹ ਕੀਤੀ, ਭਾਗਵਾਨੇ ਹੁਣ ਸਾਡਾ ਇੱਥੇ ਰਹਿਣ ਦਾ, ਸਾਡੇ ਪਰਿਵਾਰ ਦਾ ਫਾਇਦਾ ਤੇ ਤਾਂ ਆ ਕਿ ਜੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਘਰ ਦੀ ਬੇਅਦਬੀ ਰੋਕੀਏ। ਕਹਿਣ ਲੱਗੀ ਤੁਸੀਂ ਮੇਰੇ ਮਾਲਕ ਜੋ ਕੀ ਹੁਕਮ ਆ? ਕਹਿਣ ਲੱਗੇ ਕਿ ਸਾਡੀਆਂ 2 ਬੱਚੀਆਂ ਆ, ਇਹਨਾਂ ਬੱਚੀਆਂ ਦੇ ਹੋਰ ਤੇ ਕੁਝ ਨਹੀਂ ਹੋ ਸਕਦਾ, ਇਹਨਾਂ ਦੇ ਲੱਕ ਨਾਲ ਬੰਬ ਬੰਨ੍ਹਦੇ, ਔਰ ਬੰਬ ਬੱਧੇ ਆ, ਸਾਰੇ ਪੱਟੇ ਨਾਲ ਬੰਬ ਬੰਨ੍ਹ ਦਿੱਤੇ ਆ, ਔਰ ਬੱਚੀਆਂ ਨੂੰ ਪਿਆਰ ਕੀਤਾ, ਔਰ ਮਾਤਾ ਨੇ ਗਲਵੱਕੜੀ ਵਿੱਚ ਲਿਆ ਤੇ ਪਿਆਰ ਕਰਕੇ ਬਾਬਾ ਜੀ ਕਹਿਣ ਲੱਗੇ ਕਿ ਜਾਓ ਧੀਓ, ਹੁਣ ਜਕਾਰਾ ਛੱਡ ਕੇ ਇਹਦੇ ਟੈਂਕ ਦੇ ਉੱਤੇ ਛਾਲ ਮਾਰੋ। ਇੱਕ ਬੱਚੀ ਨੇ ਪਹਿਲਾਂ ਛਾਲ ਮਾਰੀ, ਟੈਂਕ ਉੱਡਿਆ, ਔਰ ਦੂਜਾ ਜਦੋਂ ਲਿਆਂਦਾ ਫਿਰ ਦੂਜੀ ਬੱਚੀ ਨੇ ਛਾਲ ਮਾਰੀ ਆ, ਔਰ ਟੈਂਕ ਜਿਹੜੇ ਦੋਵੇਂ ਇਹ ਸਰਕਾਰ ਦੇ ਫੌਜ ਦੇ ਉਡਾ ਕੇ ਰੱਖ ਦਿੱਤੇ ਆ। ਔਰ ਬੱਚੀਆਂ ਦੇ ਵੀ ਭਾਵੇਂ ਚੀਥੜੇ ਹੋ ਗਏ ਆ, ਕੀਮਾ ਹੋ ਚੁੱਕੇ ਆ, ਪਰ ਬਾਬਾ ਜੀ ਫਿਰ ਕਹਿਣ ਲੱਗੇ ਭਾਗਵਾਨੇ ਹੁਣ ਸਾਡੀਆਂ ਧੀਆਂ ਸ਼ਹੀਦ ਹੋ ਗਈਆਂ, ਔਰ ਧੀਆਂ ਦੇ ਕੋਲ ਤੂੰ ਵੀ ਸੱਚਖੰਡ ਜਾ, ਕਿਉਂਕਿ ਬੱਚੀਆਂ ਛੋਟੀਆਂ ਔਰ ਬੱਚੀਆਂ ਦੇ ਕੋਲ ਮਾਂ ਦਾ ਜਾਣ ਦਾ ਫਰਜ਼ ਬਣਦਾ। ਫਿਰ ਬੀਬੀ ਪ੍ਰੀਤਮ ਕੌਰ ਨੇ ਆਪਣੇ ਪਤੀ ਬਾਬਾ ਮੋਹਰ ਸਿੰਘ ਜੀ ਨੂੰ ਜਿੰਨਾ ਵੀ ਅੰਦਰ ਅਸਲਾ ਸੀ ਸੋ ਮਿਸ਼ਨ ਸੀ ਉਹ ਭਰ ਕੇ ਦਿੱਤਾ, ਔਰ ਬਾਬਾ ਮੋਹਰ ਸਿੰਘ ਜੀ ਨੇ ਜਿੰਨਾ ਚਿਰ ਮਿਸ਼ਨ ਅੰਦਰ ਹੈਗਾ ਸੀ ਉਹਨਾਂ ਚਿਰ ਅੰਦਰੋਂ ਗੋਲੀ ਛਿੱਕਾ ਇਹ ਮਿਸ਼ਨ ਚਲਾਇਆ। ਬੇਅੰਤ ਜਿਹੜੇ ਸੀ ਤੁਰਕ ਆ, ਉਹ ਬੇਅੰਤ ਜਿਹੜੇ ਦੁਸ਼ਮਣ ਸੀ ਢਹਿ ਢੇਰੀ ਕੀਤੇ ਆ। ਔਰ ਜਦੋਂ ਮਿਸ਼ਨ ਮੁੱਕ ਗਿਆ ਫਿਰ ਬਾਬਾ ਜੀ ਤਲਵਾਰ ਲੈ ਕੇ ਬਾਹਰ ਜਕਾਰਾ ਛੱਡ ਕੇ ਬਾਹਰ ਆਣ ਕੇ ਲੜੇ ਆ, ਹੱਥੋਂ ਹੱਥੀ ਤਲਵਾਰ ਦੀ ਲੜਾਈ ਹੋਈ ਆ। ਉਹਨਾਂ ਦੇ ਘਰੋਂ ਵੀ ਬੀਬੀ ਪ੍ਰੀਤਮ ਕੌਰ ਜੀ ਬਾਹਰ ਆ ਕੇ ਸ਼ਹੀਦ ਹੁੰਦੇ ਆ। ਔਰ ਇਹ 4 ਜਾਂ 5 ਦੇ ਲਾਗੇ ਦੀ ਗੱਲ ਆ, ਕਿਉਂਕਿ 6 ਨੂੰ ਤੇ ਫਿਰ ਬਹੁਤ ਜ਼ਿਆਦਾ ਹੋ ਚੁੱਕਾ ਸੀ। ਔਰ ਜਿਹੜੇ ਟੈਂਕ ਆ 1-2 ਦਿਨ ਸਰਕਾਰ ਨੇ ਵੇਖਿਆ ਕਿ ਸ਼ਾਇਦ ਅੰਦਰੋਂ ਕੋਈ ਭਾਵ ਖਾਲੀ ਹੋ ਜਾਣਗੇ, ਆਪੇ ਬਾਹਰ ਆਉਣਗੇ, ਪਰ 3-4 ਨੂੰ ਟੈਂਕ ਜਾਂਦੇ ਆ, ਉਦੋਂ ਬੱਚੀਆਂ ਸ਼ਹੀਦ ਕੀਤੀਆਂ। ਫਿਰ ਬਾਬਾ ਜੀ ਇੱਕ ਰਾਤ ਨਾਲ ਹੀ ਫਿਰ ਬਾਹਰ ਆਣ ਕੇ ਆਪ ਸ਼ਹੀਦ ਹੁੰਦੇ ਆ। ਮਤਲਬ ਕਿ ਭਾਈ ਮੋਹਰ ਸਿੰਘ ਹੁਣਾਂ ਨੇ ਜਿਹੜੇ ਉਹਨਾਂ ਦੇ ਜਿਹੜੀਆਂ ਭਚੰਗਣਾ ਸੀ ਉਹਨਾਂ ਦੀਆਂ ਬੱਚੀਆਂ ਸੀ ਆਪਣੇ ਹੱਥੀਂ ਤੋਰੀਆਂ ਸੀ। ਬਹੁਤੀ ਵਾਰ ਤੇ ਇਹੋ ਜਿਹੀ ਗੱਲ ਹੈ ਕਿ ਜਿੱਦਾਂ ਜਿਹੜੇ ਬੱਚੇ ਹੁੰਦੇ ਆ, ਬੱਚੇ ਨੂੰ ਇੱਕ ਕੰਡਾ ਵੀ ਚੁੱਭਦਾ ਹੈ, ਜਾਂ ਬੱਚੇ ਨੂੰ ਜੇ ਵੈਸੇ ਕਿਹਾ ਜਾਵੇ ਕਿ ਤੈਨੂੰ ਕੋਠੇ ਤੋਂ ਉੱਤੋਂ ਹੇਠਾਂ ਸੁੱਟ ਦੇਣਾ ਤੇ ਮੇਰੇ ਖਿਆਲ ਦੇ ਵਿੱਚ ਬੱਚਾ ਪਿੱਛੇ ਨੂੰ ਭੱਜੂਗਾ। ਉਹ ਬੱਚੀਆਂ ਦੇ ਵਿੱਚ ਜਜ਼ਬਾ ਗੁਰੂ ਸਾਹਿਬ ਦੇ ਵੱਲੋਂ ਭਰਿਆ ਗਿਆ ਸੀ ਕਿ ਜਾਂ ਉਹਨਾਂ ਨੇ ਫੜ ਕੇ ਉਹਨਾਂ ਨੂੰ ਟੈਂਕਾਂ ਦੇ ਉੱਪਰ ਸੁੱਟਿਆ? ਇਹ ਖਾਲਸਾ ਜੀ ਜਜ਼ਬਾ ਤੇ ਖਾਨਦਾਨੀ ਭਰਿਆ ਗਿਆ। ਆਪਾਂ ਜਦੋਂ ਬਾਬਾ ਜੀ ਦਾ ਜੀਵਨ ਪੜ੍ਹਦੇ ਆ, ਇੱਕ ਪੰਡਿਤ ਪਰਿਵਾਰ ਦੇ ਵਿੱਚੋਂ ਆਉਣਾ ਤੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦਾ ਅੰਮ੍ਰਿਤਪਾਨ ਕਰਕੇ ਤੇ ਮਹਾਂਪੁਰਸ਼ਾਂ ਨੇ ਕਹਿਣਾ ਵੀ ਭਾਈ ਦਤਪਾਲ ਹੁਣ ਮੋਹਰ ਲੱਗ ਗਈ ਆ, ਤੇਰਾ ਨਾਮ ਮੋਹਰ ਸਿੰਘ ਆ। ਇਹ ਖੂਨ ਤੇ ਉਹੀ ਸੀ, ਜਜ਼ਬਾ ਤੇ ਉਹੀ ਸੀ। ਇੱਕ ਵਿਦਵਾਨ ਕਹਿੰਦਾ ਵੀ ਜਿੱਥੇ ਖੂਨ ਸ਼ਹੀਦਾਂ ਦਾ ਡੁੱਲਦਾ ਹੈ ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪਰ ਲੈ ਜਾਂਦੇ ਤਸਵੀਰ ਬਦਲਦੀ ਕੌਮਾਂ ਦੀ, ਜਬ ਚਰਬੀ ਢਲੇ ਸ਼ਹੀਦਾਂ ਦੀ ਰੂਹਾਂ ਵਿੱਚ ਚਾਨਣ ਹੋ ਜਾਵੇ, ਜਬ ਉਸਰੇ ਕੰਧ ਸ਼ਹੀਦਾਂ ਦੀ ਡਿੱਗੀ ਹੋਈ ਕੌਮ ਖਲੋ ਜਾਵੇ। ਔਰ ਬਾਬਾ ਮੋਹਰ ਸਿੰਘ ਜੀ ਨੇ ਮਈ ਜੋ ਗੋਲੀ ਕਾਂਡ ਹੋਇਆ ਇਹ ਵੀ ਵੇਖ ਲਿਆ, 1978 ਦੇ ਵਿੱਚ ਵੇਖ ਲਿਆ, ਔਰ ਹੋਰ ਕਈ ਕਾਂਡ ਹੋਏ ਕਾਨਪੁਰ ਦੇ, ਹੋਰ ਅਨੇਕਾਂ ਥਾਵਾਂ ਤੇ ਸਰਕਾਰ ਨੇ ਮਹਾਂਪੁਰਸ਼ਾਂ ਦੀਆਂ ਗੱਡੀਆਂ ਨੂੰ ਘੇਰ ਕੇ ਕਈ ਥਾਂ ਤੇ ਹੋ ਚੁੱਕਾ ਸੀ। ਇਹ ਵਾਅਦੇ ਸਰਕਾਰਾਂ ਕਰ ਚੁੱਕੀਆਂ ਸੀ, ਜਜ਼ਬਾ ਬਹੁਤ ਬਣ ਗਿਆ ਸੀ। ਔਰ ਮਹਾਂਪੁਰਸ਼ਾਂ ਨੇ ਬੱਚੀਆਂ ਨੂੰ ਸੰਥਿਆ ਵੀ ਕਰਵਾਈ, ਔਰ ਜਿਹੜਾ ਸ਼ਹੀਦ ਹੋਣ ਦਾ ਜਜ਼ਬਾ ਮਹਾਂਪੁਰਖਾਂ ਨੇ ਸਾਖੀਆਂ ਮਹਾਂਪੁਰਸ਼ਾਂ ਦੀਆਂ, ਬਾਬਾ ਦੀਪ ਸਿੰਘ ਸਾਹਿਬ ਦੀਆਂ, ਭਾਈ ਤਾਰੂ ਸਿੰਘ ਦੀਆਂ, ਸਰਦਾਰ ਹਰੀ ਸਿੰਘ ਨਲੂਏ ਵਰਗੇ ਮਹਾਂਪੁਰਸ਼ਾਂ ਦੀਆਂ ਸ਼ਹੀਦਾਂ ਦੀਆਂ ਸਾਖੀਆਂ ਸੁਣਾ ਕੇ ਬੱਚੀਆਂ ਨੂੰ ਸ਼ਹੀਦ ਹੋਣ ਵਾਸਤੇ ਤਿਆਰ ਕਰ ਦਿੱਤਾ ਸੀ। ਔਰ ਇੱਕ ਹੁੰਦਾ ਧੱਕਾ ਦੇ ਕੇ ਮਾਰਨਾ, ਇੱਕ ਹੁੰਦਾ ਗੁਰੂ ਦੇ ਧਰਮ ਦੇ ਉੱਤੋਂ ਵਾਰਨਾ। ਬੱਚੀਆਂ ਨੂੰ ਬਾਬਾ ਜੀ ਨੇ ਧਰਮ ਤੋਂ ਵਾਰ ਦਿੱਤਾ, ਨਾਲ ਸ਼ਬਦ ਪੜ੍ਹਨੇ ਜਬ ਆਪ ਕੀ ਉਹਦਾ ਨਿਦਾਨ ਬਣੇ, ਅਤ ਹੀ ਰਣ ਮੈਂ ਤਬ ਜੂਝ ਮਰੋ ਕਿ ਮੇਰੀ ਉਹ ਧੀਓ। ਵੇਖੋ ਕਲਗੀਧਰ ਪਾਤਸ਼ਾਹ ਨੇ 7-9 ਸਾਲ ਦੀਆਂ ਮਾਸੂਮ ਜੰਦਾਂ ਨੂੰ ਔਰ ਵੱਡੇ ਸਾਹਿਬਜ਼ਾਦਿਆਂ ਨੂੰ ਆਪ ਤਿਆਰ ਕਰਕੇ ਸ਼ਹੀਦ ਹੋਣ ਵਾਸਤੇ ਤੋਰਿਆ, ਤੇ ਮੇਰੀ ਉਹ ਧੀਓ ਧਰਮ ਦੇ ਉੱਤੋਂ ਆਪਾਂ ਕੁਰਬਾਨ ਹੋ ਜਾਣਾ। ਔਰ ਬੱਚੀਆਂ ਅੰਦਰ ਵੀ ਜਜ਼ਬਾਤ ਭਰ ਚੁੱਕਾ ਸੀ, ਕਿਉਂਕਿ ਨਿਤਨੇਮੀ ਸੀ, ਬਾਣੀ ਦੇ ਧਾਰਨੀ ਸੀ, ਬਹੁਤ ਚੜ੍ਹਦੀ ਕਲਾ ਵਾਲਾ ਪਰਿਵਾਰ ਸੀ ਜੀ। ਹਾਂ, ਬਾਬਾ ਮੋਹਰ ਸਿੰਘ ਦਾ ਜਿਹੜਾ ਉਹਨਾਂ ਦਾ ਸਰੀਰ ਸੀ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਉੱਥੇ ਹੀ ਕਿਤੇ ਜਿਵੇਂ ਆਪਣਾ ਸੰਸਕਾਰ ਕੀਤੇ ਗਏ ਕਿ ਜਾਂ ਪਿੰਡ ਨੂੰ ਬਾਅਦ ਵਿੱਚ ਸੌਂਪਿਆ ਵੀ ਗਿਆ?
ਨਹੀਂ ਜੀ, ਬਾਬਾ ਜੀ ਦਾ ਸੰਸਕਾਰ ਉੱਥੇ ਹੀ ਪਰਿਵਾਰ ਦਾ ਵੀ ਬੱਚੀਆਂ ਦਾ ਹੋ ਗਿਆ, ਜਿੱਥੇ ਸ਼ਹੀਦਾਂ ਦਾ ਇਕੱਠਿਆ ਸੰਸਕਾਰ ਕੀਤਾ ਗਿਆ। ਬਾਅਦ ਵਿੱਚ ਪਿੰਡ ਨਹੀਂ ਆਇਆ, ਕਿਉਂਕਿ ਨਾ ਤੇ ਉਸ ਸਮੇਂ ਜਦੋਂ ਬਾਬਾ ਜੀ ਕੋ ਆਖਰੀ ਸਮੇਂ ਜਾਇਆ ਕਰਦੇ ਸੀ ਨਗਰ ਵਾਲੇ, ਉਹਨਾਂ ਨੇ ਕਹਿਣਾ ਕਿ ਜਿੱਥੇ ਸਿੰਘਾਂ ਦਾ ਹੋਰ ਸੰਸਕਾਰ ਹੋਵੇਗਾ ਤੇ ਮੇਰਾ ਵੀ ਇੱਥੇ ਰਹਿਣ ਦਿਓ, ਹੁਣ ਪਿੰਡ ਦੀ ਖਿੱਚ ਨਾ ਕਰੋ। ਬਾਬਾ ਜੀ ਨੂੰ ਨਗਰ ਵਾਲਿਆਂ ਨੇ ਜਾਣਾ, ਕਹਿਣਾ ਕਿ ਬਾਬਾ ਜੀ ਤੁਹਾਡੇ ਘਰੋਂ ਆ ਜਾਂ ਇਹ ਬੱਚੀਆਂ ਆ, ਸਾਡੇ ਕੋਲ ਲੈ ਆਓ ਤੇ ਰਹਿਣ ਦਿਓ, ਤੁਸੀਂ ਜਾਣ ਦਿਓ। ਕਹਿੰਦੇ ਨਹੀਂ, ਹੁਣ ਬੱਚੀਆਂ ਸ਼ਹੀਦ ਹੋ ਲੈਣ ਦਿਓ, ਕਿ ਹੁਣ ਮੇਰੇ ਉੱਤੇ ਮੇਰੇ ਪਰਿਵਾਰ ਦਾ ਮੋਹ ਨਾ ਕਰੋ। ਫਿਰ ਉੱਥੇ ਹੀ ਬਾਬਾ ਜੀ ਦਾ ਪਰਿਵਾਰ ਦਾ ਵੀ ਸੰਸਕਾਰ ਹੋਇਆ। 2 ਬੱਚੀਆਂ ਤੇ ਉੱਥੇ ਉਹਨਾਂ ਦੇ ਚੀਥੜੇ ਉੱਡ ਗਏ। ਮੇਰੇ ਖਿਆਲ ਦੇ ਵਿੱਚ ਉਹਨਾਂ ਦੇ ਤੇ ਸਰੀਰ ਵੀ ਨਹੀਂ ਮਿਲੇ ਹੋਣਗੇ ਬਾਅਦ ਵਿੱਚ। ਬਾਬਾ ਜੀ ਦਾ ਉੱਥੇ ਅੰਤਿਮ ਸੰਸਕਾਰ ਹੋ ਗਿਆ, ਉਹਨਾਂ ਦੀ ਸਿੰਘਣੀ ਦਾ ਵੀ ਹੋ ਗਿਆ। ਜਿਹੜੀ ਇੱਕ ਬੱਚੀ ਤੁਸੀਂ ਦੱਸਿਆ ਹੈ, ਉਹ ਬੱਚੀ ਫਿਰ ਕਿੱਥੇ ਹੈ ਜੀ ਹੁਣ? ਇੱਕ ਬੱਚੀ ਨੂੰ ਪਹਿਲਾਂ ਕੋਈ ਪਰਿਵਾਰ ਸ਼ਰਧਾਲੂ ਹੀ ਬਾਬਾ ਜੀ ਦਾ, ਉਹ ਲੈ ਆਏ ਸੀ। ਕਹਿੰਦੇ ਬਾਬਾ ਜੀ ਸਾਰੇ ਤੁਸੀਂ ਸ਼ਹੀਦੀ ਪਾ ਜਾਣੀ ਹੈ, ਕਿ ਕੋਈ ਨਿਸ਼ਾਨੀ ਛੱਡ ਜਾਓ। ਬਾਬਾ ਜੀ ਦੇ ਕੋਲ ਵਧੋ ਵਧੀ ਉਹ ਪਰਿਵਾਰ ਲੈ ਆ। ਉਹ ਬੱਚੀ ਪਲੀ ਜਵਾਨ ਹੋਈ ਆ, ਹੁਣ ਸ਼ਾਇਦ ਤੋਂ ਇੰਗਲੈਂਡ ਕੇ ਜਾਂ ਆਸਟ੍ਰੇਲੀਆ ਆ, ਆਨੰਦ ਕਾਰਜ ਹੋਏ ਆ, ਵਿਦੇਸ਼ਾਂ ਵਿੱਚ ਰਹਿ ਰਹੇ ਆ। ਅਰਦਾਸ ਦੇ ਨਾਲ ਸੰਪਰਕ ਨਹੀਂ ਆ, ਕਾਫੀ ਦੇਰ ਹੋਈ ਆ ਸਾਡੇ ਨਗਰ ਆਈ ਹੈ ਆਪਣੇ ਪਿਤਾ ਦੀ ਸ਼ਹੀਦੀ ਤੇ। ਔਰ ਅਸੀਂ ਆਪਣੇ ਨਗਰ ਦੇ ਵਿੱਚ ਬਾਬਾ ਜੀ ਦੀ ਅੱਜ 36-37 ਸਾਲ ਭਾਵੇਂ ਹੋ ਗਏ ਆ, ਹਰ ਸਾਲ ਆਪਾਂ ਸ਼ਹੀਦੀ ਸਮਾਗਮ ਆਪਾਂ ਕਰਦੇ ਆ। ਹੁਣ ਕਦੋਂ ਉਹਨਾਂ ਦਾ ਸ਼ਹੀਦੀ ਸਮਾਗਮ ਮਨਾਇਆ ਜਾਣਾ ਪਿੰਡ ਸੂਰੋਪੱਡਾ ਦੇ ਵਿੱਚ? ਇਹ ਜੀ ਜੂਨ ਮਹੀਨੇ ਦੇ ਲਾਗੇ ਆਪਾਂ ਕੋ ਦਿਨ ਚੁਣ ਕੇ, ਕਿਉਂਕਿ ਜੇ ਤੇ ਆਪਾਂ 6 ਜੂਨ ਨੂੰ ਮਨਾਈਏ ਤੇ ਸਾਡੇ ਨਜ਼ਦੀਕ ਦਮਦਮੀ ਸਾਲ ਜਥਾ ਪਿੰਡਰਾ, ਉੱਥੇ ਮਹਾਂਪੁਰਸ਼ਾਂ ਦੇ ਬਹੁਤ ਵੱਡੇ ਜੋੜ ਮੇਲੇ ਤੇ ਸ਼ਹੀਦੀ ਸਮਾਗਮ ਹੁੰਦਾ, ਉਹਦੇ ਨਾਲ ਨਹੀਂ ਮਨਾਇਆ ਜਾਂਦਾ। ਉਹਨਾਂ ਮਹਾਂਪੁਰਖਾਂ ਨੂੰ ਬੇਨਤੀ ਕਰੀਦੀ ਆ, ਇਲਾਕੇ ਤੋਂ ਸੰਗਤਾਂ ਬਹੁਤ ਚੜ੍ਹਦੀ ਕਲਾ ਦੇ ਨਾਲ ਬਾਬਾ ਜੀ ਦੇ ਸ਼ਹੀਦੀ ਸਮਾਗਮ ਤੇ ਆਉਂਦੀਆਂ। ਔਰ ਜੂਨ ਮਹੀਨੇ ਦੇ ਆਪਾਂ ਅੰਦਰ ਕੋਈ ਦਿਨ ਚੁਣ ਕੇ ਸਮਾਗਮ ਬਹੁਤ ਵੱਡਾ ਕਰੀਦਾ, ਜਿਸ ਦੇ ਵਿੱਚ ਢਾਡੀ ਭਾਈ ਲਖਵਿੰਦਰ ਸਿੰਘ ਜੀ ਸੋਹਲ ਵਰਗੇ, ਭਾਈ ਸਤਨਾਮ ਸਿੰਘ ਜੀ, ਹੋਰ ਵੀ ਅਨੇਕਾਂ ਢਾਡੀ ਚੜ੍ਹਦੀ ਕਲਾ ਵਾਲੇ ਉੱਥੇ ਆ ਕੇ ਤੇ ਬਾਬਾ ਜੀ ਦੀਆਂ ਵੀਰਸ ਇਹ ਵਾਰਾਂ ਵੀ ਗਾਉਂਦੇ ਆ। ਤੇ ਕਥਾਵਾਚਕ ਵੀਰ ਸਿੰਘ ਸਾਹਿਬ, ਗਿਆਨੀ ਰਾਮ ਸਿੰਘ ਜੀ ਵੀ, ਬਾਬਾ ਹਰਨਾਮ ਸਿੰਘ ਜੀ, ਹੋਰ ਚੰਗੇ ਤੋਂ ਚੰਗੇ ਵਿਦਵਾਨ ਪੁਰਸ਼ ਉੱਥੇ ਆ ਕੇ ਬਾਬਾ ਜੀ ਦੀ ਜੀਵਨੀ ਤੇ ਵਿਚਾਰਾਂ ਕਰਦੇ ਆ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਇਹ ਸਨ ਗਿਆਨੀ ਬਲਵੀਰ ਸਿੰਘ ਜੀ, ਜਿਨ੍ਹਾਂ ਨੇ ਕਿ ਬਾਬਾ ਮੋਹਰ ਸਿੰਘ ਦੇ ਜੀਵਨ ਬਾਰੇ ਸਾਨੂੰ ਦੱਸਿਆ ਕਿ ਕਿਵੇਂ ਉਹਨਾਂ ਨੇ ਆਪਣੀਆਂ ਛੋਟੀਆਂ ਬੱਚੀਆਂ, ਕੋਈ 5 ਸਾਲ ਦੀ, ਕੋਈ 7 ਸਾਲ ਦੀ, ਉਹਨਾਂ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਆਪ ਵੀ ਸ਼ਹੀਦੀ ਪ੍ਰਾਪਤ ਕੀਤੀ। ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ। ਸੋ ਇਹ ਸੀ ਜਿਹੜੀ ਆਪਾਂ ਗੱਲਬਾਤ ਕੀਤੀ ਬਾਬਾ ਮੋਹਰ ਸਿੰਘ ਜੀ, ਪਿੰਡ ਸੂਰੋਪੱਡਾ, ਜ਼ਿਲ੍ਹਾ ਅੰਮ੍ਰਿਤਸਰ। ਬਹੁਤ ਬਹੁਤ ਧੰਨਵਾਦ ਕਰਦੇ ਇਹਨਾਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।